ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਡੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 21 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਥਕ ਹਲਕਿਆਂ ਤੋਂ ਆ ਰਹੀ ਹੈ ਇੱਕ ਬੜੀ ਅਹਿਮ ਖਬਰ ਤੋਂ, ਜਿਸ ਖਬਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਦੋ ਤਖਤਾਂ ਦੇ ਜਿਹੜੇ ਜਥੇਦਾਰ ਸਾਹਿਬਾਨ ਨੇ ਜਾਂ ਦੋ ਤਖਤ ਨੇ ਜਿਹੜੇ ਉਹਨਾਂ ਦੇ ਵਿਚਾਲੇ ਵਿਵਾਦ ਪੈਦਾ ਹੋ ਗਿਆ। ਪਰ ਆਪਾਂ ਆਫ ਦੀ ਰਿਕਾਰਡ ਵੀ ਜਦੋਂ ਗੱਲਬਾਤ ਕਰ ਰਹੇ ਸੀ ਤਾਂ ਆਪਾਂ ਜ਼ਿਕਰ ਕਰ ਰਹੇ ਸੀਗੇ ਇਹ ਤਖਤਾਂ ਦਾ ਜਿਹੜਾ ਟਕਰਾਅ ਹੈ ਇਹਨੂੰ ਪੰਥਕ ਸੰਕਟ ਤਾਂ ਚਲੋ ਆਪਾਂ ਮੰਨ ਸਕਦੇ ਹਾਂ ਕਿ ਆ ਇੱਕ ਦੂਜੇ ਦੇ ਆਮੋ ਸਾਹਮਣੇ ਨੇ, ਕਿ ਤਨਖਾਹੀਆ ਲਾਣਾ ਜਾ ਰਿਹਾ ਜਾਂ ਆਪੇ ਬਣੇ ਜਥੇਦਾਰ ਤੱਕ ਕਿਹਾ ਜਾ ਰਿਹਾ ਗੜਗੱਜ ਸਾਹਿਬ ਨੂੰ ਤੇ ਟੇਕ ਸਿੰਘ ਜੀ ਨੂੰ, ਪਰ ਇਹ ਅਕਾਲੀ ਭਾਜਪਾ ਸੰਕਟ ਨਾਲ ਤਾਰ ਕਿਵੇਂ ਜਾ ਜੁੜਦੀ ਹੈ ਜੀ? ਕੱਲ ਦਾ ਦਿਨ ਪੰਜਾਬ ਦੇ ਵਿੱਚ ਖਾਸਾ ਉਥਲ ਪੁਥਲ ਵਾਲਾ ਦਿਨ ਸੀ ਪ੍ਰਵੀਨ ਜੀ। ਜੀ ਜੀ। ਅਚਾਨਕ ਮੌਸਮ ਨੇ ਕਰਵਟ ਬਦਲੀ, ਕਹਿਰ ਦੀ ਗਰਮੀ ਤੋਂ ਬਾਅਦ ਇੱਕਦਮ ਮੀਂਹ ਵਰਨ ਲੱਗ ਪਿਆ, ਹਨੇਰੀ ਝੱਖੜ ਤੂਫਾਨ ਆ ਗਿਆ ਤੇ ਫਿਰ ਗੜੇਮਾਰੀ ਵੀ ਹੋ ਗਈ ਜੀ। ਬਿਲਕੁਲ ਇਹੀ ਦ੍ਰਿਸ਼ ਕੱਲ ਪੰਥਕ ਸਭਾ ਵਿੱਚ ਸੀ। ਅਚਾਨਕ ਮੌਸਮ ਨੇ ਤਬਦੀਲੀ ਕੀਤੀ ਤੇ ਗੜਗੱਜ ਸਾਹਿਬ ਨੇ ਫੈਸਲਿਆਂ ਦੀ ਹਨੇਰੀ ਲਿਆਤੀ ਜੀ ਤੇ ਅਚਾਨਕ ਤਖਤ ਪਟਨਾ ਸਾਹਿਬ ਤੋਂ ਮੀਂਹ ਵੀ ਵਰਿਆ ਤੇ ਗੜੇਮਾਰੀ ਵੀ ਹੋ ਗਈ ਇਹਨਾਂ ਦੇ। ਸੋ ਇਹ ਸਾਰਾ ਜੋ ਵਰਤਾਰਾ ਹੈ, ਪਹਿਲਾਂ ਤਾਂ ਉਸ ਘਟਨਾਕ੍ਰਮ ਨੂੰ ਜੇ ਪੜਾਅ ਦਰ ਪੜਾਅ ਸਮਝੀਏ ਜੀ, ਫਿਰ ਉਹਦੇ ਪਿੱਛੇ ਵਾਲੀ ਕਹਾਣੀ ਸਮਝਣੀ ਆਸਾਨ ਹੋ ਜਾਂਦੀ ਹੈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸੰਪੂਰਨ ਤੌਰ ਤੇ ਜਥੇਦਾਰ ਲਾਏ ਗਏ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ। ਜੀ ਜੀ। ਪਰ ਉਹਨਾਂ ਨੂੰ ਨਾਲ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਦਿੱਤੀ ਹੋਈ ਹੈ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ। ਸਰਵੋਤਮ ਤਖਤ ਮੰਨਿਆ ਜਾਂਦਾ ਤੇ ਉਸ ਦੇ ਆਧਾਰ ਦੇ ਉੱਤੇ ਉਹਦੇ ਜਥੇਦਾਰ ਲੱਗਣਾ ਵੱਡੇ ਮਾਣ ਵਾਲੀ ਗੱਲ ਮੰਨੀ ਜਾਂਦੀ ਹੈ। ਪਰ ਜਿਹੜੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬਾਨ ਇਸ ਤੋਂ ਬਾਅਦ ਤਖਤਾਂ ਤੋਂ ਬਾਅਦ ਜੇਕਰ ਕੋਈ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਤਾਂ ਉਹ SGPC ਹੈ ਜੀ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਿਹੜੇ ਸੁਖਬੀਰ ਬਾਦਲ ਦੇ ਕਿੰਨੇ ਖਾਸ ਹੋਣਗੇ ਜਿਹਨਾਂ ਨੂੰ ਬਾਦਲ ਖੁਦ ਜਾ ਕੇ ਘਰੇ ਮਨਾ ਕੇ ਵਾਪਸ ਲਿਆਏ, ਹੋਰਾਂ ਦੇ ਮੰਨੇ ਨਹੀਂ। ਉਹ ਧਾਮੀ ਸਾਹਿਬ ਅਜੇ ਤੱਕ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨ ਰਹੇ। ਅਜੇ ਤੱਕ ਉਹਨਾਂ ਨਾਲ ਕੋਈ ਵਿਚਾਰ ਵਟਾਂਦਰਾ, ਕੋਈ ਮੁਲਾਕਾਤ, ਸਮਾਗਮ 'ਚ ਚੱਲਦੇ ਇੱਕ ਦੋ ਆਮੋ ਸਾਹਮਣੇ ਹੋਏ, ਫਤਿਹ ਦੀ ਸਾਂਝ ਹੋਈ, ਪਰ ਉਵੇਂ ਰਸਮੀ ਮੁਲਾਕਾਤ ਨਹੀਂ। ਸੋ ਇਸ ਲਈ ਮੈਂ ਇਹ ਦੱਸਣ ਲਈ ਇਹ ਗੱਲ ਕੀਤੀ ਹੈ ਕਿ ਜੇ ਧਾਮੀ ਸਾਹਿਬ ਉਸ ਪਾਲੇ ਚੋਂ ਹੋ ਕੇ ਉਹਨਾਂ ਨੂੰ ਮਾਨਤਾ ਨਹੀਂ ਦੇ ਰਹੇ ਤਾਂ ਕਿੰਨੀਆਂ ਸਿੱਖ ਸੰਪਰਦਾਵਾਂ, ਕਿੰਨੀਆਂ ਧਿਰਾਂ, ਕਿੰਨੇ ਸਿੱਖ ਸੰਗਠਨ, ਕਿੰਨੇ ਨੁਮਾਇੰਦੇ ਅਜੇ ਵੀ ਇਸ ਸਥਿਤੀ 'ਚ ਨੇ ਕਿ ਸਾਡੇ ਲਈ ਤਾਂ ਜਥੇਦਾਰ ਨਹੀਂ, ਪਰ ਜਦੋਂ ਉਹ ਕਾਰਜ ਵਿਧਾ ਨਿਭਾ ਰਹੇ ਨੇ ਤਾਂ ਉਸ ਨਾਤੇ ਆਪਣੀ ਡਿਊਟੀ ਪੂਰੀ ਕਰ ਰਹੇ ਨੇ। ਸੋ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਈ। ਬੈਠਕ ਦੇ ਵਿੱਚ ਸਭ ਤੋਂ ਪਹਿਲਾ ਮਾਮਲਾ ਆਇਆ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ, ਸੰਤ ਕਹੋ ਬਾਬਾ ਕਹੋ। ਸੋ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਆਪਾਂ ਪਿਛਲੇ ਦਿਨਾਂ 'ਚ ਹੀ ਇਹ ਚਰਚਾ ਕਰਕੇ ਹਟੇ ਹਾਂ ਕਿ ਇਹ ਕੀ ਬਾਬਾ ਧੂਮਾ ਦਾ ਬਦਲ ਦੇ ਰਹੇ ਨੇ ਬਾਦਲਾਂ ਨੂੰ, ਕਿ ਜੇ ਧੂਮਾ ਨਾਰਾਜ਼ ਹੋ ਕੇ ਦੂਏ ਪਾਸੇ ਜਾ ਰਿਹਾ ਲਓ ਇੱਕ ਹੋਰ ਬਾਬਾ ਦੇ ਦਿੰਦੇ ਆ, ਕੀ ਇਹ ਉਹਦਾ ਬਦਲ ਹੈ ਜਾਂ ਸੱਚਮੁੱਚ ਸੂਝ ਭਰਿਆ ਫੈਸਲਾ ਕਿ ਜਿੰਨੇ ਪੰਥ ਤੋਂ ਦੂਰ ਨੇ ਉਹਨਾਂ ਸਾਰਿਆਂ ਨੂੰ ਪੰਥ ਦੇ ਨੇੜੇ ਲਾਇਆ ਜਾਵੇ, ਮੁੱਖ ਧਾਰਾ 'ਚ ਲਿਆਂਦਾ ਜਾਵੇ, ਕੀ ਉਹਦੀ ਕਵਾਇਦ ਹੈ?
ਸੋ ਇਹ ਸਾਰੀ ਪ੍ਰਕਿਰਿਆ ਨੂੰ ਦੇਖਦਿਆਂ ਹੋਇਆਂ ਜਿਹੜਾ ਮਾਮਲਾ ਗੱਭੇ ਪੇਚ ਫਸਦਾ ਸੀ, ਸ਼ਾਇਦ ਉਹ ਵੀ 2 ਦਿਨ ਪਹਿਲਾਂ ਜਦੋਂ ਜਿਹੜੀ ਸਿੱਟ ਬਣੀ ਹੈ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਉੱਤੇ ਕਤਲ ਤੇ ਬਲਾਤਕਾਰ ਵਾਲੇ ਮਾਮਲੇ ਦੀ ਜਾਂਚ ਲਈ, ਉਹ ਸਿੱਟ ਨੇ ਆਪਣੀ ਫਾਈਨਲ ਰਿਪੋਰਟ ਦੇ ਦਿੱਤੀ ਕਿ 12 ਸਾਲ ਪੁਰਾਣਾ ਮਾਮਲਾ ਜੀ, ਸੋ FIR ਰੱਦ ਕਰ ਦੇਣੀ ਚਾਹੀਦੀ ਹੈ, ਕੁਝ ਹੈ ਨਹੀਂ ਅਜਿਹਾ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੇ ਖਿਲਾਫ। ਸੋ ਜੇ ਹੁਣ ਉਹ ਸਿਫਾਰਿਸ਼ ਹੋ ਗਈ, ਬੇਸ਼ੱਕ ਉਹ ਪ੍ਰਕਿਰਿਆ ਲੰਬੀ ਚੱਲਣੀ ਹੈ, ਜੇ ਇੰਨਾ ਨਹੀਂ ਕਿ ਅੱਜ ਕਹਿ ਤਾ ਸਵੇਰ ਨੂੰ ਰੱਦ ਹੋ ਜਾਣੀ ਹੈ, ਪਰ ਤਾਂ ਵੀ ਇੱਕ ਦੇਖਣ ਲਈ ਕੋਈ ਚੀਜ਼ ਹੋਗੀ ਕਿ ਹਾਂ ਮੇਰੇ ਖਿਲਾਫ ਕੋਈ ਸਬੂਤ ਨਹੀਂ ਹੈਗਾ। ਦੇਖੋ ਜੀ, ਉਹਦੇ ਤੋਂ ਬਾਅਦ ਫਿਰ ਮੈਨੂੰ ਲੱਗਦਾ ਜਥੇਦਾਰ ਗੜਗੱਜ ਲਈ ਰਸਤਾ ਆਸਾਨ ਹੋ ਗਿਆ ਇਹ ਜੀ, ਤੇ ਉਹਨਾਂ ਨੇ ਫਿਰ ਉਹ ਕੰਮ ਜਦੇ ਕਰਤਾ, ਜਦੇ ਮਾਫੀ ਵੀ ਹੋ ਗਈ। ਮਤਲਬ ਇਬਾਰਤ ਤਾਂ ਨਹੀਂ ਪੂਰੀ ਪੜ੍ਹੀ ਕਿ ਕਿੰਨੇ ਦੋਸ਼ ਸੀ ਇਹਨਾਂ ਤੇ, ਮੋਟਾ ਮੋਟਾ ਜਿਹਾ ਪੜ੍ਹਤਾ ਕਿ ਇਹ ਜੀ ਕੱਚੀ ਬਾਣੀ ਦਾ ਮਸਲਾ ਹੈ, ਜਾਂ ਜੀ ਮਰਿਆਦਾਵਾਂ ਨੂੰ ਬਾਰੇ ਟਿੱਪਣੀ ਦਾ ਤਰਕ ਆਧਾਰਿਤ ਟਿੱਪਣੀ ਕਰ ਦਿੰਦੇ ਨੇ ਜੀ, ਇਹ ਸਰੋਵਰਾਂ 'ਚ ਇਸ਼ਨਾਨ ਦੇ ਉੱਤੇ ਸਵਾਲ ਕਰਦੇ ਨੇ, ਸੋ ਇਸ ਲਈ ਜੀ ਤੁਸੀਂ ਹੁਣ ਏਦਾਂ ਨਹੀਂ ਕਰਨਾ। ਉਹ ਕਹਿੰਦੇ ਜੀ 7 ਵਚਨ, ਚਲੋ ਜੀ ਹੋ ਗਿਆ। ਫਿਰ ਇਹ ਸਭ ਦੇ ਦਰਮਿਆਨ ਆਇਆ ਜਥੇਦਾਰ ਰਣਜੀਤ ਸਿੰਘ ਗੌਹਰ ਦਾ ਮਾਮਲਾ, ਜਿਹੜੇ ਪਟਨਾ ਸਾਹਿਬ ਦੇ ਜਥੇਦਾਰ ਰਹੇ ਨੇ ਤੇ ਕਈ ਤਰ੍ਹਾਂ ਦੇ ਵਿਵਾਦਾਂ 'ਚ ਘਿਰੇ ਰਹੇ ਨੇ, ਤੇ ਉੱਥੇ ਉਹਨਾਂ ਨੂੰ ਕੱਢਿਆ ਗਿਆ ਜੀ, ਤੇ ਉੱਥੋਂ ਦੇ ਫੈਸਲੇ ਨੂੰ, ਹਾਂ ਠੀਕ ਹੈ ਅਕਾਲ ਤਖਤ ਸਾਹਿਬ ਸਰਵੋਤਮ ਹੈ, ਪਰ ਮੈਨੂੰ ਲੱਗਦਾ ਜੇ ਆਪਸੀ ਤਾਲਮੇਲ ਨਾਲ ਹੋਵੇ ਪ੍ਰਕਿਰਿਆ ਤਾਂ ਇਸ ਪਾਸੇ ਕੋਈ ਖੜੀ ਹੋ ਨਾ ਹੋਵੇ। ਜੀ ਜੀ ਬਿਲਕੁਲ। ਉੱਥੋਂ ਦੇ ਫੈਸਲੇ ਨੂੰ ਇੱਥੇ ਪਲਟ ਦਿੱਤਾ ਗਿਆ। ਕੱਲ ਗੌਹਰ ਸਾਹਿਬ ਨੂੰ ਸੇਵਾ ਬਹਾਲ ਕਰ ਦਿੱਤੀਆਂ ਗਈਆਂ ਉਹਨਾਂ ਦੀਆਂ ਸਾਰੀਆਂ। ਸੋ ਇਹ ਹੋ ਗਿਆ। ਫਿਰ ਆ ਗਿਆ ਗਿਆਨੀ ਗੁਰਮੁਖ ਸਿੰਘ ਵਾਲਾ ਮਾਮਲਾ। ਹੁਣ ਗਿਆਨੀ ਗੁਰਮੁਖ ਸਿੰਘ ਦੇ ਮਾਮਲੇ ਤੇ ਵੀ ਜੀ ਕਿ ਤੁਸੀਂ ਉਹ ਮਾਫੀ ਦਿੱਤੀ ਜੀ ਡੇਰਾ ਸਾਧ ਨੂੰ, ਹਾਂ ਆਹ ਕੀਤਾ ਜੀ, ਚਿੱਠੀ ਵਾਲਾ ਮਾਮਲਾ ਜੀ, ਚਲੋ ਜੀ ਤੁਸੀਂ ਗੁਨਾਹ ਕਬੂਲ ਕਰਦੇ ਹੋ, ਹਾਂ ਜੀ ਠੀਕ ਹੈ ਜੀ, ਲਓ ਜੀ 11 ਦਿਨ ਦੀ ਤੁਹਾਨੂੰ ਸੇਵਾ ਲਾਤੀ, ਪਾਠ ਦੀ ਵੀ, ਆ ਜੋੜਾ ਘਰ ਦੀ ਵੀ, ਆ ਲੰਗਰ ਦੀ ਵੀ, ਇਹ ਸਾਰੀਆਂ ਸੇਵਾਵਾਂ ਨਿਭਾਓ ਜੀ 11 ਦਿਨ। ਜਿੱਥੇ ਗਿਆਨੀ ਗੁਰਮੁਖ ਸਿੰਘ ਆ ਉੱਥੇ ਗਿਆਨੀ ਗੁਰਬਚਨ ਸਿੰਘ ਵੀ ਹੈ ਜੀ ਜੀ, ਤੇ ਦੋਵਾਂ ਦੇ ਸਪਸ਼ਟੀਕਰਨ ਪਿਛਲੇ ਸਿੰਘ ਸਾਹਿਬਾਨ ਖਾਰਜ ਕਰ ਚੁੱਕੇ ਨੇ ਕਿ ਨਹੀਂ ਮਨਜ਼ੂਰੇ, ਤੇ ਉਹਨਾਂ ਨੂੰ ਤਲਬ ਕੀਤਾ ਜਾਣਾ ਸੀ, ਤੇ ਦੋਵਾਂ ਨੂੰ ਤਲਬ ਕਰਨਾ ਸੀ, ਉਹ ਚਿੱਠੀਆਂ ਉਹ ਸਪਸ਼ਟੀਕਰਨ ਜਨਤਕ ਕਰਨੇ ਸੀ। ਸੋ ਉਹਨਾਂ ਤੇ ਕੋਈ ਗੱਲ ਨਹੀਂ ਹੋਈ। ਗਿਆਨੀ ਗੁਰਮੁਖ ਸਿੰਘ ਵਾਲਾ ਮਾਮਲਾ ਨਿਬੜ ਗਿਆ, ਗਿਆਨੀ ਗੁਰਬਚਨ ਸਿੰਘ ਵਾਲਾ ਅਜੇ ਪਤਾ ਨਹੀਂ ਕਿੱਥੇ ਹੈ। ਫਿਰ ਆ ਗਿਆ ਜੀ ਸਰਨਾ ਬ੍ਰਦਰ, ਉਹਨਾਂ ਚੋਂ ਹਰਵਿੰਦਰ ਸਿੰਘ ਸਰਨਾ ਦਾ ਮਾਮਲਾ। ਜਦੋਂ 2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਫੈਸਲੇ ਸੁਣਾਏ ਸੀ, ਉਸ ਤੋਂ ਬਾਅਦ ਬਾਦਲਾਂ ਦੇ ਖਿਲਾਫ ਆਏ ਫੈਸਲੇ ਨੂੰ ਰੋਸੇ ਵਜੋਂ ਹਰਵਿੰਦਰ ਸਿੰਘ ਸਰਨਾ ਨੇ ਜਥੇਦਾਰਾਂ ਦੇ ਨਾਂ ਦੇ ਉੱਤੇ ਬੜੀ ਸਖਤ ਤੇ ਬੜੀ ਹਲਕੇ ਸ਼ਬਦਾਂ ਵਾਲੀ ਚਿੱਠੀ ਲਿਖਤੀ, ਜਿਹੜੇ ਕਿ ਪੰਥਕ ਤੌਰ ਤੇ ਸਿਆਣਪ ਭਰੀ ਚਿੱਠੀ ਨਹੀਂ ਸੀ, ਤੇ ਉਹਦੇ ਕਾਰਨ ਇਹਨਾਂ ਤੇ ਕਾਰਵਾਈ ਹੋ ਗਈ। ਤੇ ਹੁਣ ਸਰਨਾ ਹੋਰਾਂ ਨੂੰ ਸਾਹਮਣੇ ਖੜਾ ਕੇ ਜਥੇਦਾਰ ਸਾਹਿਬ ਪੁੱਛੀ ਜਾਂਦੇ ਨੇ ਕਿ ਦੱਸੋ ਜੀ ਤੁਸੀਂ ਆ ਚਿੱਠੀ ਲਿਖੀ ਹੈ, ਗਲਤ ਸ਼ਬਦ ਲਿਖੇ, ਤੁਸੀਂ ਆਪਣਾ ਗੁਨਾਹ ਮੰਨਦੇ ਹੋ? ਮੈਂ ਤੇ ਠੀਕ ਹੈ ਲਿਖੀ ਹੈ, ਜੇ ਤੁਹਾਨੂੰ ਲੱਗਦਾ ਤਾਂ ਦੇਖ ਲਓ। ਮਤਲਬ ਅਗਲੇ ਮੰਨਣ ਨੂੰ ਤਿਆਰ ਨਹੀਂ, ਤੇ ਤੁਸੀਂ ਧੱਕੇ ਨਾਲ ਹਾਂਜੀ ਹਾਂਜੀ ਕਰਾ ਰਹੇ ਹੋ। ਸਹੀ ਸਹੀ, ਬਿਲਕੁਲ ਸਹੀ ਹੈ। ਉਹ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਕਹੀ ਜਾਂਦਾ, ਜੇ ਤੁਹਾਨੂੰ ਕੋਈ ਸ਼ਬਦ ਲੱਗਦਾ ਜੀ ਤਾਂ ਦੇਖ ਲਓ, ਮੈਂ ਤਾਂ ਵੈਸੇ ਠੀਕ ਵਿਚਾਰਧਾਰਾ ਨਾਲ। ਮਤਲਬ ਇਹ ਉਹਦੀ ਅਪਰੋਚ ਸੀ ਜੀ, ਬਿਲਕੁਲ ਬਿਲਕੁਲ। ਤੇ ਫਿਰ ਇੱਥੇ ਹਿਸਾਬ ਲਾ ਲਓ, ਜੇ ਖੁੱਲੀ ਸੰਗਤ ਚ ਤੁਹਾਡੇ ਦੱਸਿਆ ਸਮਝਾਇਆ ਵੀ ਉਹ ਐਂ ਬੋਲ ਰਿਹਾ ਹੈ ਨਾ, ਫਿਰ ਅੰਦਰ ਕਿਵੇਂ ਬੋਲਦਾ ਹੋਣਾ, ਇਹ ਅੰਦਾਜ਼ਾ ਸਿੱਧਾ ਲੱਗਦਾ ਜੀ ਜੀ। ਚਲੋ ਸੰਗਤਾਂ ਨੇ ਤਾਂ ਫਿਰ ਗੱਲਾਂ ਕਰਨੀਆਂ ਹੁੰਦੀਆਂ ਆਪਣਾ, ਇਸ ਲਈ ਸੰਗਤ ਨੇ ਤਾਂ ਫਿਰ ਕਾਰਵਾਈ ਪਾਉਣੀ ਹੁੰਦੀ ਹੈ, ਉਹਨਾਂ ਨੇ ਤਾਂ ਫਿਰ ਆਪਣੇ ਵਿਚਾਰ ਦੇਣੇ ਹੁੰਦੇ ਨੇ, ਤੇ ਉਹ ਵਿਚਾਰ ਆਉਣ ਲੱਗ ਪਏ। ਪ੍ਰਵੀਨ ਜੀ, ਸੰਗਤ ਦੇ ਵਿੱਚ ਸਿੱਧਾ ਭਾਵ ਇਹ ਹੈ ਕਿ ਜੋ ਮਰਜ਼ੀ ਹੋਵੇ, ਸਰਨਿਆਂ ਨੇ ਆਪਣਾ ਕੰਮ ਕਰਾ ਲਿਆ, ਸਰਨਿਆਂ ਦਾ ਕੰਮ ਸਰ ਗਿਆ। ਅਗਲੇ ਕਹਿੰਦੇ ਇਸੇ ਕੰਮ ਲਈ ਲਿਆਂਦਾ ਸੀ ਅਗਲਿਆਂ ਨੇ। ਚਲੋ ਇਹ ਤਾਂ ਕਹਿਣ ਦੀਆਂ ਗੱਲਾਂ, ਪਰ ਜਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰੀ ਇਸ ਮੌਕੇ ਬਤੌਰ ਜਥੇਦਾਰ ਸੇਵਾ ਨਿਭਾ ਰਹੇ ਨੇ, ਸੋ ਉਹਨਾਂ ਨੇ ਇਹ 4 ਪਹਿਲੂ ਛੂਏ, ਜਿਨ੍ਹਾਂ ਚੋਂ ਸਭ ਤੋਂ ਵੱਧ ਚਰਚਾ ਹੋਣੀ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਮਾਮਲੇ ਦੀ, ਕਿਉਂਕਿ ਉਹ ਬਾਅਦ ਚੋਂ ਜਾਣ ਲੱਗੇ, ਕਹਿ ਵੀ ਗਏ ਮੀਡੀਆ 'ਚ ਕਿ ਭਾਈ ਹੁਣ ਸ਼ਬੀਲ ਵਾਲੇ ਵੀ ਆ ਜਾਣ, ਹੈ ਨਾ, ਹੁਣ ਬਾਬਾ ਧੂਮਾ ਹੋਰੀ ਉਹ ਵੀ ਧਰਬੀ ਆ ਜਾਵੇ, ਉਹ ਵੀ ਮਾਫੀ ਮੰਗ ਲਵੇ, ਠੀਕ ਹੈ ਨਾ। ਇਹ ਸਾਰੇ ਪਹਿਲੂ, ਇਹ ਮਸਲੇ ਤੋਂ ਪਹਿਲਾਂ ਕਿ ਜ਼ਿਆਦਾ ਚਰਚਾ ਹੁੰਦੇ, ਜਿੰਨੀ ਤੇਜ਼ੀ ਨਾਲ ਗੌਹਰ ਹੋਰੀ ਪਟਨਾ ਸਾਹਿਬ ਪਹੁੰਚੇ, ਉਨੀ ਉਹ ਤੇਜ਼ੀ ਨਾਲ ਪਟਨਾ ਸਾਹਿਬ ਤੋਂ ਉੱਥੋਂ ਦੇ ਪੰਜ ਸਿੰਘ ਸਾਹਿਬ ਨੇ ਬੈਠਕ ਕਰਕੇ ਫੈਸਲੇ ਸੁਣਾਤੇ। ਉਹ ਕਹਿੰਦੇ ਵੀ ਇੰਜ ਕਿਵੇਂ ਹੋ ਸਕਦਾ, ਆ ਚੱਕੋ ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਅਸੀਂ ਇਹਨਾਂ ਦੋਨਾਂ ਨੂੰ ਤਨਖਾਹੀਆ ਕਰਾਰ ਦਿੰਦੇ ਹਾਂ,
ਤੇ ਇੱਧਰ ਪਤਾ ਨਹੀਂ ਕੀ ਕੁਛ ਉੱਥੋਂ ਦੇ ਪੰਜ ਸਿੰਘ ਸਾਹਿਬਾਨਾਂ ਬਾਰੇ ਬੋਲਿਆ ਜਾ ਰਿਹਾ ਜੀ, ਉਹ ਐ ਨੇ ਜੀ, ਇਹ ਪਾਠ ਨਹੀਂ ਆਉਂਦਾ ਜੀ, ਆਹ ਕਰਦੇ ਨੇ, ਉਹ ਕਰਦੇ ਨੇ। ਉਹ ਅਗਲੇ ਕਹਿੰਦੇ ਕਿ ਫਿਰ ਜੇ ਇਹ ਗੱਲ ਆ, ਉਧਰ ਚਰਚਾ ਚੱਲੀ ਜਾਂਦੀ ਹੈ ਕਿ ਭਾਈ ਬਾਬਾ ਟੇਕ ਸਿੰਘ ਧਨੌਲਾ ਨੂੰ ਵੀ ਚੈੱਕ ਕਰ ਲਿਓ ਫਿਰ ਇਸ ਮਸਲੇ ਦਾ। ਮਤਲਬ ਇਹ ਸਥਿਤੀ ਆ ਗਈ ਪੰਥ ਦੇ ਅੰਦਰ। ਉਧਰੋਂ ਇਹ ਫੈਸਲਾ ਇੰਨੀ ਤੇਜ਼ੀ ਨਾਲ ਆਇਆ ਕਿ ਖਬਰਾਂ ਬਰਾਬਰ ਇਹ ਲੱਗੀਆਂ, ਕਿਤੇ ਤਾਂ ਲੱਗਣੀਆਂ ਸੀ ਕਿ ਢੱਡਰੀਆਂ ਵਾਲੇ ਨੇ ਮਾਫੀ ਮੰਗੀ, ਮਾਫ ਕੀਤਾ, ਹੈ ਨਾ, ਸਰਨੇ ਨੇ ਮਾਫੀ ਮੰਗੀ, ਹੈ ਨਾ, ਗੜਗੱਜ ਹੋਰਾਂ ਨੇ ਫੈਸਲੇ ਸੁਣਾਏ। ਹੁਣ ਲੱਗ ਰਹੀ ਹੈ ਗੜਗੱਜ ਤੇ ਬਾਬਾ ਧਨੌਲਾ ਤਨਖਾਹੀਆ ਕਰਾਰ। ਸੁਖਬੀਰ ਬਾਦਲ ਵੀ 10 ਦਿਨਾਂ ਲਈ ਤਲਬ, 10 ਦਿਨਾਂ ਦੇ ਅੰਦਰ ਅੰਦਰ ਸਰੀਰਕ ਰੂਪ ਚ ਪੇਸ਼ ਹੋਣ। ਸੋ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਸਵਾਲ ਇਹ ਆ ਕਿ ਕੀ ਇਹ ਜਾਣਗੇ? ਜੇ ਗੜਗੱਜ ਸਾਹਿਬ ਤੇ ਬਾਬਾ ਧਨੌਲਾ ਤੇ ਸੁਖਬੀਰ ਸਿੰਘ ਬਾਦਲ ਪਟਨਾ ਸਾਹਿਬ ਨਹੀਂ ਜਾਂਦੇ, ਫਿਰ ਇਹ ਸਵਾਲ ਜਾਣਾ ਕਿ ਵੀ ਫਿਰ ਪੰਥ ਦੇ ਵਿੱਚ ਸਤਿਕਾਰ ਹੋਰ ਕੌਣ ਕਰੂਗਾ ਦੂਜੇ, ਜੇ ਆਪਾਂ ਨਾ ਕੀਤਾ। ਪਰ ਇਹ ਵੀ ਨੰਗਾ ਚਿੱਟਾ ਦਿਖਦਾ ਕਿ ਇਹ ਪੰਥਕ ਫੈਸਲਾ ਨਹੀਂ ਹੈ, ਸਿਆਸੀ ਫੈਸਲਾ ਹੈ। ਪ੍ਰਵੀਨ ਜੀ, ਲੋਕ ਅਦਾਲਤ, ਆਮ ਜਨਤਕ ਅਦਾਲਤ ਨੇ ਜਿਹੜੀਆਂ ਜਨਤਾ ਦੀਆਂ ਅਦਾਲਤਾਂ ਨੇ, ਉਹਨਾਂ ਨਾਲੋਂ ਕਿਤੇ ਉੱਚਾ ਤੇ ਸੁੱਚਾ ਰੁਤਬਾ ਹੈ ਤਖਤ ਸਾਹਿਬਾਨਾਂ ਦਾ ਤੇ ਅਕਾਲ ਤਖਤ ਸਾਹਿਬ ਦਾ। ਉਹਨਾਂ ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਪਹਿਲਾਂ ਕੇਸ ਆਉਂਦਾ ਹੈ, ਕੇਸ ਸਮਝਿਆ ਜਾਂਦਾ ਹੈ, ਜਿਹੜਾ ਸੁਣਵਾਈ ਹੁੰਦੀ ਆ, ਹੈ ਨਾ, ਫਿਰ ਗਵਾਹ ਭੁਗਤਦੇ ਨੇ, ਫਿਰ ਬਿਆਨਾਂ ਦੇ ਆਧਾਰ ਦੇ ਉੱਤੇ ਸਬੂਤਾਂ ਦੀ ਪਛਾਣ ਹੁੰਦੀ ਆ, ਹੈ ਨਾ, ਫਿਰ ਪ੍ਰਕਿਰਿਆ ਹੁੰਦੀ ਹੈ, ਫਿਰ ਫੈਸਲਾ ਪੜ੍ਹਿਆ ਜਾਂਦਾ ਹੈ ਨਾ, ਫਿਰ ਫੈਸਲਾ ਰਾਖਵਾਂ ਵੀ ਕਿਵੇਂ ਰੱਖ ਲੈਂਦਾ, ਫਿਰ ਸੁਣਾਇਆ ਜਾਂਦਾ। ਇੱਥੇ ਇੰਨੀ ਤੇਜ਼ੀ ਕਿ ਅੱਜੇ ਢੱਡਰੀਆਂ ਵਾਲੇ ਸਾਹਿਬ ਬੈਠੇ ਆਪਣੀ ਪੱਖ ਰੱਖਤਾ, ਅੱਜੇ ਸਰਨਾ ਬੈਠੇ ਆਪਣਾ ਪੱਖ ਰੱਖਤਾ, ਅੱਜੇ ਜਸਦਰ ਗੌਹਰ ਬੈਠੇ ਆਪਣਾ ਪੱਖ ਰੱਖਤਾ, ਤੇ ਜਦੇ ਬਾਹਰ ਆ ਕੇ ਫੈਸਲਾ ਪੜਤਾ। ਇਹ ਫੈਸਲੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ 4 ਹੋਰ ਨਾਲ ਸਿੰਘ ਸਾਹਿਬ, 5 ਸਿੰਘ ਸਾਹਿਬਾਨਾਂ ਨੇ ਲਿਖੇ ਨੇ ਕਿ AI ਨੇ ਲਿਖੇ ਨੇ, ਜਿਹੜੇ ਇੰਨੀ ਤੇਜ਼ੀ ਨਾਲ ਲਿਖੋਗੇ? AI ਦੇ ਫੈਸਲੇ ਤਾਂ ਨਹੀਂ ਹੈ ਨਾ, ਇਹ ਟੈਕਨੋਲੋਜੀ ਦੇ ਫੈਸਲੇ ਤਾਂ ਹੈ ਨਹੀਂ। ਜੀ। ਤੇ ਜੇ ਉਹਨਾਂ ਨੇ ਆਪਣਾ ਪੱਖ ਰੱਖਿਆ ਸੀ, ਉਹਨਾਂ ਦੀਆਂ ਪੁਰਾਣੀਆਂ ਸ਼ਿਕਾਇਤਾਂ, ਪੁਰਾਣੇ ਮਾਮਲੇ, ਪੁਰਾਣੇ ਉਹਨਾਂ ਖਿਲਾਫ ਆਈਆਂ ਹੋਈਆਂ ਉਹ ਸਾਰੀਆਂ ਚੀਜ਼ਾਂ ਮਿਲਾਨ, ਉਹਨਾਂ ਦਾ ਪੁਰਾਣੇ ਸਿੰਘ ਸਾਹਿਬਾਨ ਨਾਲ ਕੋਈ ਰਾਬਤਾ ਤੁਹਾਡੇ ਸਮੇਂ ਇਹ ਹੋਇਆ ਸੀ ਜੀ, ਇਹ ਕਿਵੇਂ ਹੈ, ਕੀ ਹੈ, ਕਿ ਉਹਦੀ ਲੋੜ ਹੀ ਨਹੀਂ ਪਈ? ਤੇ ਇੰਨੀ ਤੇਜ਼ੀ ਨਾਲ ਜੇ ਪੜ੍ਹ ਕੇ ਸੁਣਾਤਾ, ਫਿਰ ਸੰਗਤ ਤਾਂ ਪੁੱਛੀ ਜਾਂਦੀ ਹੈ ਕਿ ਵੀ ਇਹ ਤੁਸੀਂ ਉਹ ਲਿਖਿਆ ਕਿ ਲਿਖਿਆ ਲਿਖਾਇਆ ਪਹਿਲਾਂ ਹੀ ਘਰੋਂ ਲਿਆਂਦਾ ਸੀ? ਉਹ ਪੜ੍ਹੇ ਨੇ। ਹੁਣ ਇਹ ਸਾਰਾ ਮਸਲਾ ਹੈਗਾ ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਜੀ, ਮਤਲਬ SGPC ਦਾ ਟਕਰਾਅ, ਸਾਬਕਾ ਤੇ ਮੌਜੂਦਾ ਜਥੇਦਾਰਾਂ ਦਾ ਟਕਰਾਅ, ਸੰਸਥਾਵਾਂ ਦੇ ਅਹੁਦਿਆਂ ਦਾ ਟਕਰਾਅ, ਬਾਬਾ ਧੂਮਾ ਦਾ ਟਕਰਾਅ, ਅਕਾਲੀ ਦਲ ਦੇ ਲੀਡਰਾਂ ਦਾ ਟਕਰਾਅ, ਇਹ ਸਾਰਾ ਟਕਰਾਅ ਆਪਸੀ ਇੱਥੇ ਸੀ। ਪਰ ਹੁਣ ਉਹਦੇ ਤੇ ਜਿਹੜੀ ਗੜੇਮਾਰੀ ਤਖਤ ਸ੍ਰੀ ਪਟਨਾ ਸਾਹਿਬ ਤੋਂ ਹੋਈ, ਸੁਖਬੀਰ ਸਿੰਘ ਬਾਦਲ ਦੇ ਖੁਦ ਦੇ ਬੋਲ ਨੇ ਕਿ ਜਿਹੜੇ ਜਥੇਦਾਰ ਅਸੀਂ ਹਟਾਏ ਨੇ ਉਹ ਜੀ BJP ਦੇ ਪਾਲੇ ਚਲੇ ਗਏ ਸੀ, BJP ਦੇ ਬੰਦੇ ਸੀ ਜੀ। ਹਜੂਰ ਸਾਹਿਬ ਬਾਰੇ, ਪਟਨਾ ਸਾਹਿਬ ਬਾਰੇ, ਦਿੱਲੀ ਕਮੇਟੀ ਬਾਰੇ, ਹਰਿਆਣਾ ਕਮੇਟੀ ਬਾਰੇ ਤਾਂ ਉਹ ਵੀ ਕਹਿੰਦੇ ਨੇ ਤੇ ਜਨਤਕ ਵੀ ਸਾਰਿਆਂ ਨੂੰ ਪਤਾ। ਤੇ ਜੇ ਕੰਟਰੋਲ ਉੱਥੇ BJP ਦਾ, ਫਿਰ ਇਹ ਫੈਸਲੇ 5 ਸਿੰਘ ਸਾਹਿਬਾਨਾਂ ਦੇ ਨੇ ਪਟਨਾ ਸਾਹਿਬ ਤੋਂ ਕਿ BJP ਦੇ ਨੇ? BJP ਦੇ ਨੇ। ਸਹੀ ਹੈ, ਬਿਲਕੁਲ। ਤੇ ਜੇ ਉਹਨਾਂ ਦੇ ਪਿੱਛੇ BJP ਹੈ ਤੇ ਇਹਨਾਂ ਦੇ ਪਿੱਛੇ ਸੁਖਬੀਰ ਹੈ, ਫਿਰ ਇਹ ਤਖਤਾਂ ਦੇ ਟਕਰਾਅ ਦੀ ਆੜ ਲੈ ਕੇ, ਤਖਤਾਂ ਦੇ ਫੈਸਲਿਆਂ ਦੀ ਆੜ ਲੈ ਕੇ ਕਿਤੇ BJP ਤੇ ਅਕਾਲੀ ਤਾਂ ਨਹੀਂ ਟਕਰਾ ਰਹੇ, ਬਾਦਲ ਧਿਰ ਤੇ ਭਾਰਤੀ ਜਨਤਾ ਪਾਰਟੀ ਤਾਂ ਨਹੀਂ ਟਕਰਾ ਰਹੀ? ਕੀ ਤੁਸੀਂ ਢੱਡਰੀਆਂ ਵਾਲੇ ਨੂੰ ਇੱਧਰ ਮਾਫ ਕਰ ਰਹੇ ਹੋ ਤੇ ਧੂਮਾ ਉੱਧਰ ਕਾਰਵਾਈ ਤਾਂ ਨਹੀਂ ਪਵਾ ਰਹੇ? ਇਹ ਸਾਰੇ ਸਵਾਲ ਨੇ। ਇਹਨਾਂ ਸਾਰੇ ਸਵਾਲਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸੋਚਣ ਦਾ ਸਹੀ ਕਿ ਤੁਸੀਂ ਤਾਂ ਮਹਾਪੁਰਸ਼, ਮਹਾ ਸ਼ਕਤੀਸ਼ਾਲੀ, ਪਤਾ ਨਹੀਂ ਕੀ ਕੀ ਟੈਗ ਦੇ ਰਹੇ ਸੀ ਨਰਿੰਦਰ ਮੋਦੀ ਹੋਰਾਂ ਨੂੰ, ਤੇ ਅਗਲੇ ਤੁਹਾਨੂੰ ਮਸਲ ਨੂੰ ਫਿਰਦੇ ਆ, ਰਗੜਨ ਨੂੰ ਫਿਰਦੇ ਆ ਜੀ। ਅਗਲੇ ਕਹਿੰਦੇ ਜੇ ਲਿਆਉਣਾ ਵੀ ਆ ਤਾਂ ਐ ਲਿਆਉਣਾ ਘਸਾ ਕੇ ਆਉਣ। ਤੇ ਸੋਚੋ, ਪਰ ਇਹ ਸਾਰੀ ਤੁਹਾਡੀ ਹਲਕੇ ਪੱਧਰ ਦੀ, ਹਲਕੀ ਸਿਆਸੀ ਕੁਰਸੀਆਂ ਦੀ ਲੜਾਈ ਦੀ, ਸਿਆਸੀ ਤਾਕਤ ਦੀ ਲੜਾਈ ਦੀ ਸਿਆਸੀ ਫਿਜ਼ਾ ਨੇ ਪੰਥਕ ਸੰਸਥਾਵਾਂ ਦਾ ਕੀ ਹਾਲ ਕਰਤਾ? ਇਹਦੇ ਉੱਤੇ ਮੰਥਨ ਕਰੋ ਜਨਾਬ, ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ, ਆਉਂਦੀਆਂ ਪੀੜ੍ਹੀਆਂ ਤੱਕ ਗੁਨਾਹਗਾਰ ਰਹੋਗੇ। ਇਹੀ ਤਾਂ ਗੱਲ ਆ ਨਾ ਜੀ। ਅਸਲ ਦੇ ਵਿੱਚ ਕੋਈ ਵੀ ਸਥਾਨ ਜੇਕਰ ਸਰਵਉੱਚ ਹੈ ਕਿਸੇ ਸਿਧਾਂਤ ਦੇ ਮੁਤਾਬਕ, ਤਾਂ ਉਹਦੀ ਸਰਵਉੱਚਤਾ ਬਰਕਰਾਰ ਰੱਖਣੀ ਪੈਂਦੀ ਹੈ ਨਾ। ਕਹਿਣ ਨਾਲ ਤਾਂ ਸਰਵਉੱਚ ਨਹੀਂ ਨਾ ਹੋ ਜਾਂਦਾ।
ਤੇ ਬਰਕਰਾਰ ਰੱਖਣ ਵਾਸਤੇ ਤੁਹਾਨੂੰ ਉਹ ਸਿਧਾਂਤ ਲਾਗੂ ਕਰਨਾ ਪੈਂਦਾ ਜਿਹਦੇ ਕਰਕੇ ਉਹਦੀ ਸਰਵਉੱਚਤਾ ਹੈ। ਤੇ ਜਦੋਂ ਚੀਜ਼ਾਂ ਹੀ ਨਹੀਂ ਲਾਗੂ ਹੋਣਗੀਆਂ, ਜਦੋਂ ਉੱਥੇ ਅਹੁਦਿਆਂ ਤੇ ਬੈਠੇ ਲੋਕਾਂ ਦੇ ਫੈਸਲੇ ਹੀ ਉਹਨਾਂ ਫੈਸਲਿਆਂ 'ਚ ਕਨਫਲਿਕਟ ਹੋਊਗਾ ਜਾਂ ਕੰਟਰਾਡਿਕਟ ਕਰਨਗੇ ਜਾਂ ਉਸ ਸਿਧਾਂਤ ਦੇ ਮੁਤਾਬਕ ਨਹੀਂ ਹੋਣਗੇ ਤਾਂ ਕਿੰਤੂ ਹੋਊਗਾ। ਕਿੰਤੂ ਫਿਰ ਜਦੋਂ ਕੋਈ ਪੋਲਿਟਿਕਸ ਦੇ ਹਿਸਾਬ ਦੇ ਨਾਲ ਹੋਊਗਾ ਜਾਂ ਉਹਨੂੰ ਰਾਜਨੀਤੀ ਵਰਤੂਗੀ, ਆਪਣੇ ਤਰੀਕੇ ਦੇ ਨਾਲ ਸਿਆਸਤ ਵਰਤੂਗੀ, ਫਿਰ ਆਪਣੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਚਲਾਉਣਗੇ। ਤੇ ਜਿਵੇਂ ਤੁਸੀਂ ਤੰਦਾਂ ਜੋੜੀਆਂ, ਇਸੇ ਕਰਕੇ ਤਾਂ ਲੋਕ ਕਹਿੰਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਅੱਜ ਉਹ ਉਹਨਾਂ ਉਪੇਖਿਆ, ਜਿਵੇਂ ਆਪਾਂ ਸ਼ਬਦ ਵਰਤਦੇ ਹਾਂ ਹਿੰਦੀ ਦੇ ਵਿੱਚ, ਉਮੀਦ ਤੋਂ ਵੀ ਜ਼ਿਆਦਾ, ਹਾਂਜੀ, ਉਮੀਦ ਤੋਂ ਵੀ ਜ਼ਿਆਦਾ ਅੱਗੇ ਨਿਕਲ ਗਈਆਂ ਨੇ ਕਈ ਮਾਮਲਿਆਂ ਦੇ ਵਿੱਚ। ਅਗਲੇ ਮਸਲੇ ਵੱਲ ਵਧ ਗਏ ਆਪਾਂ, ਜਥੇਦਾਰ ਸਾਹਿਬ ਦੀ ਗੱਲ ਕਰੀਏ। ਗੱਜ ਸਾਹਿਬ ਦੀ ਕਹਿੰਦੇ 1 ਰਾਊਂਡ ਪੂਰਾ, ਜਿਹੜਾ ਪੂਰਾ ਰਾਊਂਡ ਉਹਦੇ ਵਿੱਚ ਵਾਪਰਿਆ ਕੀ ਹੈ, ਤੇ ਦੂਜੇ ਰਾਊਂਡ ਦੇ ਵਿੱਚ ਫਖਰੇ ਕੌਮ ਦਾ ਜ਼ਿਕਰ ਆ ਰਿਹਾ। ਉਹ ਇੱਕ ਬਾਬਾ ਹੁੰਦਾ ਸੀ ਨਾ ਇੱਕ ਟੀਵੀ ਤੇ, ਕੀ ਆ ਜਲੇਬੀਆਂ ਕਿੱਥੋਂ ਆ ਰਹੀਆਂ ਜੀ, ਸਮੋਸੇ ਕਿੱਥੋਂ ਆ ਰਹੇ ਆ। ਦੂਜੇ ਰਾਊਂਡ 'ਚ ਫਖਰੇ ਕੌਮ ਦਾ ਜ਼ਿਕਰ ਕਿਵੇਂ ਆ ਰਿਹਾ ਜੀ? ਪ੍ਰਵੀਨ ਜੀ, ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ, ਗਿਆਨੀ ਰਘਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਨੂੰ ਲਾਂਭੇ ਕੀਤਾ ਜੀ ਜੀ, ਤੇ ਇੱਧਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਰਾਜਨੀਤਿਕ ਫੈਸਲੇ 2 ਤਰੀਕ ਵਾਲੇ ਮੰਨਣ ਤੋਂ ਕਿਨਾਰਾ ਕੀਤਾ, ਤਾਂ ਇਹਨਾਂ ਨੇ ਮੰਚ ਤੋਂ ਸਭ ਤੋਂ ਪਹਿਲਾਂ ਮਤਾ ਪਵਾਇਆ ਸੀ ਇਹ ਕਿ ਫਕਰੇ ਕੌਮ ਵਾਪਸ ਕੀਤਾ ਜਾਵੇ। ਜੀ, ਤੇ ਪ੍ਰਧਾਨ ਬਣਨ ਤੋਂ ਬਾਅਦ ਫਿਰ ਇਹ ਮਤਾ ਆਇਆ ਕਿ ਫਕਰੇ ਕੌਮ ਮਿਲਣਾ ਚਾਹੀਦਾ। ਤੇ ਹੁਣ ਇਹ ਲੜਾਈ ਸਾਰੀ ਇਹੀ ਹੈ ਕਿ ਵੀ ਉਹ ਖੁੱਸਿਆ ਮਾਣ ਵਾਪਸ ਲੈਣਾ ਹੈ ਨਾ, ਸੱਤਾ ਵਾਪਸ ਲੈਣੀ ਹੈ। 227 ਚ ਆਈ ਖੜੀ ਆਪਣੀ ਸੱਤਾ, ਹੈ ਨਾ। ਸਿਧਾਂਤ ਸੰਦੂਕ ਦਾ ਪੱਲਾ ਨਹੀਂ ਅਸੀਂ ਫੜਨਾ, ਉਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ। ਜੀ ਜੀ। ਸੋ ਇਸ ਲਈ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਮੂੰਹ ਹਨੇਰੇ ਕਰਨਾ, ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਵੀ ਪਹਿਲਾਂ ਕਰਨਾ, ਦਸਤਾਰਬੰਦੀ ਇਸ ਤਰੀਕੇ ਨਾਲ ਕਰਨਾ, ਜਦੋਂ ਮਰਿਆਦਾਵਾਂ ਦਾ ਕਾਣ ਉੱਥੋਂ ਹੀ ਸ਼ੁਰੂ ਕਰ ਲਿਆ, ਫਿਰ ਉਸ ਪ੍ਰਕਿਰਿਆ ਚੋਂ ਨਿਕਲ ਕੇ ਆਈ ਸ਼ਖਸੀਅਤ ਤੋਂ ਤੁਸੀਂ ਕਿਵੇਂ ਉਮੀਦ ਕਰੋਗੇ ਕਿ ਉਹ ਮਰਿਆਦਾ ਅਨੁਸਾਰ ਸਾਰੇ ਕੁਝ ਕਰੂਗਾ? ਜੀ ਜੀ। ਤੇ ਅਗਲੇ ਨੂੰ ਤਾਂ ਫਿਰ ਜਿਹੜਾ ਟਾਸਕ ਮਿਲੇ ਟਾਸਕ ਪੂਰਾ ਹੋਊਗਾ। ਤੇ ਉਹਨਾਂ ਟਾਸਕਾਂ ਚੋਂ ਇੱਕ ਟਾਸਕ ਦੇ ਰਾਊਂਡ ਪੂਰਾ ਕਰ ਲਿਆ। ਇਸ ਪੂਰੀ ਪ੍ਰਕਿਰਿਆ ਚੋਂ ਹੁਣ ਲੰਘ ਲਏ ਅਗਲੇ ਜੀ। ਤੇ ਜੇ ਪੰਜ ਸਿੰਘ ਸਾਹਿਬਾਂ ਦੀ ਬੈਠਕ 'ਚ ਸਿਰਫ 2 ਜਥੇਦਾਰ ਨੇ, ਔਰ ਜਿਨ੍ਹਾਂ ਨੂੰ ਵੀ ਕੌਮ ਪੂਰਨ ਤੌਰ ਤੇ ਮੰਨਣ ਨੂੰ ਤਿਆਰ ਨਹੀਂ, ਬਾਬਾ ਟੇਕ ਸਿੰਘ ਧਨੌਲਾ ਦਾ ਮਾਮਲੇ ਤਾਂ ਬਿਲਕੁਲ ਆ, ਤੇ ਇੱਕ ਜਥੇਦਾਰ ਸਾਹਿਬਾਨ ਮੁਖੀ ਦੇ ਤੌਰ ਤੇ ਇਸ ਕਾਰਜ ਵਿਧਾ ਨੂੰ ਅਗਵਾਈ ਕਰ ਰਹੇ ਹੋਣ, ਤੇ ਦੂਏ ਪਾਸੇ ਐਸਜੀਪੀਸੀ ਦੇ ਪ੍ਰਧਾਨ ਨਿਯਮ ਬਣਾਉਣ 'ਚ ਜੁਟੇ ਹੋਣ ਕਿ ਕਿਵੇਂ ਜਥੇਦਾਰ ਰੱਖਣੇ ਆ ਤੇ ਕਿਵੇਂ ਕੱਢਣੇ ਆ, ਤੇ ਆਪਾਂ ਨਵਾਂ ਜਥੇਦਾਰ ਦੀ ਭਾਲ ਹੋਵੇ, ਘਰਾਂ ਘਰਾਂ 'ਚ ਜਾ ਕੇ ਮੀਟਿੰਗਾਂ ਕਰ ਰਹੇ ਹੋਣ, ਉਸ ਕੋਸ਼ਿਸ਼ਾਂ 'ਚ ਹੋਣ ਕਿ ਮੈਂ ਜਲਦੀ ਕਿਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਲਾ ਦੇਵਾਂ। ਤੇ ਉਹ ਤੋਂ ਪਹਿਲਾਂ ਬਾਦਲ ਸਾਹਿਬ ਆਪਣੇ ਕੰਮ ਕਰਾਉਣਾ ਚਾਹੁੰਦੇ ਨੇ, ਫਿਰ ਤਾਂ ਗੱਲਾਂ ਤੁਰਨਗੀਆਂ। ਇਹ ਲੁਕਿਆ ਚਿੱਟਾ ਛੁਪਿਆ ਥੋੜਾ ਹੈ ਨਾ, ਉਹ ਪਿਤਾ ਪੇ ਪੂਤ ਬਹੁਤਾ ਨਹੀਂ ਤਾਂ ਥੋੜਾ ਥੋੜਾ, ਹੈ ਨਾ, ਉਹ ਕਹਾਵਤ ਹੈ ਨਾ ਆਪਣੇ, ਕੀ ਹੈ, ਹਾਂਜੀ ਹਾਂਜੀ, ਮਾਂ ਪਰ ਪੂਤ ਪਿਤਾ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ, ਥੋੜਾ ਥੋੜਾ। ਸੋ ਜੇ ਪ੍ਰਕਾਸ਼ ਸਿੰਘ ਬਾਦਲ ਜਥੇਦਾਰਾਂ ਨੂੰ ਘਰੇ ਬੁਲਾ ਕੇ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇ ਫਰਮਾਨ ਸੁਣਾ ਸਕਦੇ ਨੇ, ਆ ਸਕਦੇ ਆ, ਤੇ ਫਿਰ ਇਹ WhatsApp ਦੇ ਉੱਤੇ ਕਾਲ ਕਰਕੇ ਵੀ ਤਾਂ ਕਹਿ ਸਕਦੇ ਨੇ ਕਿ ਭਾਈ ਆ ਭਾਪੇ ਵਾਲਾ ਫਕਰੇ ਕੌਮ ਵਾਪਸ ਕਰ ਦਿਓ ਸਾਡਾ। ਜੀ ਜੀ। ਸੋ ਅੱਜ ਦੀ ਟੈਕਨੋਲੋਜੀ ਦਾ ਫਾਇਦਾ ਤਾਂ ਕੋਈ ਤਾਂ ਲੈਣਗੇ ਨਾ ਅਗਲੇ। ਸੋ ਇਹ ਚਰਚਾਵਾਂ ਤੁਰ ਪਈਆਂ ਕਿ ਅਗਲਾ ਰਾਊਂਡ 2 ਦਸੰਬਰ ਦੇ ਫੈਸਲੇ ਬਦਲਣ ਲਈ ਹੋਊਗਾ। ਅਗਲੇ ਰਾਊਂਡ 'ਚ 5 ਮੈਂਬਰੀ ਕਮੇਟੀ ਨੂੰ ਕਿਨਾਰਾ ਕਰਨ ਲਈ ਕੋਈ ਫੈਸਲਾ ਆ ਸਕਦਾ, ਉਹਨਾਂ ਨੂੰ ਕੋਈ ਹੁਕਮ ਆ ਸਕਦਾ ਕਿ ਸਾਰੀ ਭਰਤੀ ਸਾਨੂੰ ਸੌਂਪ ਦਿਓ, ਅਸੀਂ ਦੇਖਾਂਗੇ ਇਹਦੇ ਵਿੱਚੋਂ ਕਿਵੇਂ ਚੁਣਨਾ ਕੀ ਨਿਕਲਦਾ। ਸਹੀ ਗੱਲ, ਬਿਲਕੁਲ ਬਿਲਕੁਲ, ਹੈ ਨਾ। ਅਗਲੇ ਰਾਊਂਡ ਦੇ ਵਿੱਚ ਇਹ ਫੈਸਲਾ ਆ ਸਕਦਾ ਕਿ 2 ਤਰੀਕ ਨੂੰ ਜਿਹੜਾ ਫਕਰੇ ਕੌਮ ਲਿਆ ਗਿਆ ਗਲਤ ਲਿਆ ਗਿਆ, ਕਿਉਂਕਿ ਪ੍ਰਕਾਸ਼ ਸਿੰਘ ਦੀ ਬਾਦਲ ਦੀ ਬਰਸੀ ਤੇ ਅਸੀਂ ਗੁਣਗਾਨ ਕਰਕੇ ਆਏ ਹਾਂ। ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਤੇ ਅਸੀਂ ਸਿੱਖ ਕੌਮ ਨੂੰ ਦੱਸ ਕੇ ਆਏ ਕਿ ਜੇ ਸਿੱਖ ਬਣਨਾ ਸੁਖਬੀਰ ਸਿੰਘ ਬਾਦਲ ਵਰਗੇ ਬਣਨਾ। ਸਹੀ ਹੈ। ਤੇ ਜਦੋਂ ਫਿਰ ਇਹੋ ਜਿਹੀ ਸਿੱਖ ਬਣਨਾ, ਫਿਰ ਅਗਲੇ ਦੇ ਫਕਰੇ ਕੌਮ ਕਿਉਂ ਵਾਪਸ ਲਏ? ਫਿਰ ਤਾਂ ਮਿਲਣੇ ਚਾਹੀਦੇ ਨੇ, ਫਿਰ ਦਿੱਤੇ ਜਾਣਗੇ। ਸੋ ਅਗਲੇ ਰਾਊਂਡ 'ਚ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਆਪਣੀ ਝੋਲੀ 'ਚ ਵਾਪਸ ਇਹ ਸਨਮਾਨ ਪਾਉਂਦੇ ਦੇਖੋਗੇ। ਪਰ ਲੋਕ ਕਹਿੰਦੇ ਕਿ ਭਾਈ ਜਿਹੜੇ 2 ਤਰੀਕ ਨੂੰ ਗੁਨਾਹ ਬਖਸ਼ਾਏ ਸੀ, ਉਹਦੇ ਨਾਲ ਦੁੱਗਣੇ ਗੁਨਾਹ ਤੁਸੀਂ ਝੋਲੀ 'ਚ ਹੋਰ ਪਵਾ ਲਏ ਨੇ। ਫਕਰੇ ਕੌਮ ਜੋ ਕੋਈ ਥਾਂ ਬਚੀ ਵੀ ਹੈ ਝੋਲੀ 'ਚ ਕਿ ਨਹੀਂ, ਇਹ ਦੇਖ ਲਿਓ। ਜੀ ਬਿਲਕੁਲ ਸਹੀ ਹੈ। ਤੁਸੀਂ ਇਹ ਬਹੁਤ ਤਣਾਅ ਵਾਲੇ ਪਾਸੇ ਨੂੰ ਜਾ ਰਹੀ ਹੈ ਸਥਿਤੀ। ਇਹ ਦਿਖਦਾ ਨਹੀਂਗਾ, ਪਰ ਇਹ ਹੋ ਰਿਹਾ ਅੰਦਰ। ਅੱਜ ਦੀ ਤਰੀਕ 'ਚ ਸੁਖਬੀਰ ਬਾਦਲ ਨਾਲ ਜਿਹੜੇ ਖੁੱਲ ਕੇ ਤੁਰੇ ਹੋਏ ਲੀਡਰ ਨੇ, ਉਹ ਵੀ ਹੁਣ ਔਖੇ ਭਾਰੇ ਹੋ ਗਏ ਨੇ, ਜਿਨ੍ਹਾਂ 'ਚ ਧਾਮੀ ਵੀ ਨੇ, ਜਿਨ੍ਹਾਂ 'ਚ ਹੋਰ ਲੀਡਰ ਵੀ ਨੇ ਕਈ। ਜੀ
ਤੁਸੀਂ 5 ਮੈਂਬਰੀ ਕਮੇਟੀ ਦਾ ਜ਼ਿਕਰ ਕਰ ਰਹੇ ਸੀ ਜਦੋਂ ਤੁਸੀਂ ਇਸ ਵਰਤਾਰੇ ਉੱਤੇ ਗੱਲ ਕਰ ਰਹੇ ਸੀਗੇ। 5 ਮੈਂਬਰੀ ਕਮੇਟੀ ਦੇ ਵਿੱਚੋਂ ਇੱਕ ਪਾਤਰ ਦੇ ਉੱਤੇ ਗੱਲ ਕਰਦੇ ਜਿਨ੍ਹਾਂ ਨੂੰ ਸੁਖਬੀਰ ਬਾਦਲ ਗੱਦਾਰ ਕਹਿ ਰਹੇ ਨੇ। ਉਹ ਪਾਤਰ ਕੋਈ ਹੋਰ ਨਹੀਂ, ਕਦੇ ਸੁਖਬੀਰ ਬਾਦਲ ਦੇ ਬਹੁਤ ਨੇੜੇ ਜਾਣੇ ਜਾਂਦੇ ਮਨਪ੍ਰੀਤ ਇਆਲੀ ਨੇ ਜੀ। ਪ੍ਰਵੀਨ ਜੀ, ਮਨਪ੍ਰੀਤ ਇਆਲੀ ਬਾਰੇ ਨਾ ਕਦੇ ਕਿਸੇ ਵਿਰੋਧੀ ਧਿਰ ਨੇ ਵੀ ਕਦੇ ਕੋਈ ਅਜਿਹੀ ਉਂਗਲ ਨਹੀਂ ਚੱਕੀ। ਜੀ ਜੀ। ਉਹਨਾਂ ਦੇ ਵਿਚਰਨ ਦੇ ਤਰੀਕੇ ਤੇ, ਉਹਨਾਂ ਦੇ ਮਿਲਵਰਤਨ ਦੇ ਤਰੀਕੇ ਤੇ, ਉਹਨਾਂ ਦੀ ਕਾਰਜ ਵਿਧਾ ਤੇ, ਉਹਨਾਂ ਦੇ ਹਲਕਿਆਂ 'ਚ ਪਹਿਲੇ ਐਮਐਲਏ, ਮੌਜੂਦਾ ਐਮਐਲਏ, ਸਾਬਕਾ ਐਮਐਲਏ, ਉਹਨਾਂ ਦੇ ਨਾਲ ਚੋਣ ਲੜਨ ਵਾਲੇ, ਹਾਰਨ ਵਾਲੇ, ਜਿੱਤਣ ਵਾਲੇ, ਕਦੇ ਵੀ ਕਿਸੇ ਨਾਲ ਉਹਨਾਂ ਦਾ ਨਿੱਜੀ ਕੋਈ ਰੰਜਿਸ਼ ਨਹੀਂ ਕਦੇ ਕਿਸੇ ਨੇ ਸੁਣੀ ਦੇਖੀ। ਤੇ ਅਕਾਲੀ ਦਲ ਦੇ ਵਿੱਚ ਵੀ ਉਹ ਪੂਰੇ ਚੁੱਪਚਾਪ ਕਰਕੇ ਆਪਣਾ ਕੰਮ ਕਰਦੇ ਨਜ਼ਰ ਆਉਂਦੇ ਸੀ, ਕਦੇ ਕਿਸੇ ਅਜਿਹੀ ਹਲਕੀ ਰਾਜਨੀਤੀ ਚੋਂ ਪੈਂਦੇ ਨਜ਼ਰ ਨਹੀਂ। ਤੇ ਹੁਣ ਵੀ ਉਹ ਕਹਿੰਦੇ ਮੈਂ ਤਾਂ ਚੁੱਪ ਕਰਕੇ ਘਰੇ ਬਹਿ ਗਿਆ ਸੀ। ਤੇ ਮੇਰੀ ਡਿਊਟੀ ਤਾਂ ਕਹਿੰਦੇ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ 7 ਮੈਂਬਰੀ ਕਮੇਟੀ 'ਚ। 7 'ਚੋਂ 2 ਪਰੇ ਹੋ ਗਏ ਤੇ 5 ਮੈਂਬਰੀ ਕਮੇਟੀ ਹੈ ਤੇ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ। ਸਾਨੂੰ ਤਾਂ ਜੋ ਡਿਊਟੀ ਮਿਲੀ ਅਸੀਂ ਉਹ ਕਰ ਰਹੇ ਹਾਂ ਤੇ ਅਸੀਂ ਡਿਊਟੀ ਉਹ ਸ਼੍ਰੋਮਣੀ ਅਕਾਲੀ ਦਲ ਲਈ ਕਰ ਰਹੇ ਹਾਂ। ਜੇ ਬਾਦਲ ਧਿਰ ਨੇ ਉਹ 5 ਮੈਂਬਰੀ 7 ਮੈਂਬਰੀ ਕਮੇਟੀ ਪ੍ਰਵਾਨ ਕੀਤੀ ਹੁੰਦੀ ਹਾਂਜੀ ਤੇ ਸੁਖਬੀਰ ਬਾਦਲ ਲਈ ਅੱਜ ਇਹ ਦਿਨ ਆਉਂਦੇ ਹੀ ਨਾ। ਇੱਕ ਵਾਰ ਉਹਦੇ ਤੋਂ ਲਾਂਭੇ ਹੁੰਦੇ, ਦੂਜੀ ਵਾਰ ਹਾਥੀ ਤੇ ਬਿਠਾ ਕੇ ਲਿਆਉਂਦੇ। ਪਰ ਤੁਹਾਨੂੰ ਡਰ ਇੰਨਾ ਸੀ, ਤੁਹਾਨੂੰ ਲੱਗਦਾ ਸੀ ਕਿ ਇੱਕ ਵਾਰ ਡੱਬੇ 'ਚ ਉਤਰੇ ਮੁੜ ਕੇ ਡੱਬੇ 'ਚ ਚੜ੍ਹ ਨਹੀਂ ਹੋਣਾ, ਚਾਹੇ ਸਾਰੀਆਂ ਸਵਾਰੀਆਂ ਉਤਰ ਜਾਣ, ਆਪਾਂ ਡੱਬਾ ਮੱਲ ਕੇ ਰੱਖਣਾ। ਜੀ ਬਿਲਕੁਲ। ਤੇ ਤੁਸੀਂ ਉਸ ਚੱਕਰ ਦੇ ਵਿੱਚ ਰਹੇ ਕਿ ਪ੍ਰਧਾਨਗੀ ਵਾਲੀ ਕੁਰਸੀ ਰਹਿ ਜਾਵੇ ਤੇ ਨਾਲ 4 ਬੰਦੇ ਪ੍ਰਧਾਨ ਜੀ ਕਹਿਣ ਵਾਲੇ ਰਹਿ ਜਾਣ, ਬਾਕੀ ਸਾਰਾ ਕੁਝ ਜਾਂਦਾ ਤਾਂ ਜਾਵੇ। ਦਾਖਾਂ ਹਲਕੇ 'ਚ ਖੜ ਕੇ ਮਨਪ੍ਰੀਤ ਇਆਲੀ ਲਈ ਗੱਦਾਰ ਸ਼ਬਦ ਵਰਤਣਾ, ਇਹ ਹਉਮੈ ਦਾ ਭਰਿਆ, ਇਹ ਭਰਿਆ, ਮੈਨੂੰ ਲੱਗਦਾ ਇਆਲੀ ਨੂੰ ਵੱਡਾ ਕਰਿਆ ਇਹ ਸੁਖਬੀਰ ਸਿੰਘ ਬਾਦਲ ਹੋਰ ਜੀ। ਇਸ ਚੀਜ਼ ਨਾਲ ਬੰਦੇ ਦੇ ਪ੍ਰਤੀ ਹਮਦਰਦੀ ਜਾਗ ਜਾਂਦੀ ਹੈ ਲੋਕਾਂ 'ਚ। ਸੋ ਇਹ ਨਫ਼ਰਤ ਦੀ ਰਾਜਨੀਤੀ ਅੱਜ ਦੀ ਤਰੀਕ 'ਚ ਇੰਝ ਨਹੀਂ ਚੱਲ ਸਕਦੀ। ਤੇ ਇਸ ਲਈ ਸੁਖਬੀਰ ਬਾਦਲ ਨੇ ਮੈਨੂੰ ਲੱਗਦਾ ਇੱਕ ਹੋਰ ਗਲਤੀ ਕੀਤੀ ਹੈ, ਇਹ ਅਜਿਹੇ ਸ਼ਬਦ ਵਰਤ ਕੇ। ਤੇ ਮਨਪ੍ਰੀਤ ਇਆਲੀ ਨੇ ਮੋੜਵਾਂ ਜਵਾਬ ਇਹ ਦਿੱਤਾ ਕਿ ਮੈਂ ਤਾਂ ਜੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲ ਰਿਹਾ। ਤੇ ਹੁਣ ਇਹ ਸੁਖਬੀਰ ਬਾਦਲ ਜਾਣਨ ਕਿ ਉਹਨਾਂ ਲਈ ਮੈਂ ਗੱਦਾਰ ਹਾਂ ਕਿ 5 ਮੈਂਬਰੀ ਕਮੇਟੀ ਨੂੰ ਗੱਦਾਰ ਕਹਿ ਰਹੇ ਨੇ ਉਹ, ਹੈ ਨਾ। ਇਹਦਾ ਮਤਲਬ ਤੁਸੀਂ ਸਾਰਿਆਂ ਨੂੰ ਉਹਨਾਂ ਦਾ ਕਸੂਰ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਮੰਨ ਰਹੇ ਨੇ। ਜੀ ਜੀ। ਤੇ ਜਥੇਦਾਰਾਂ ਦੇ ਫੈਸਲੇ ਲੋਕ ਪ੍ਰਵਾਨ ਕਰ ਰਹੇ ਸੀ, ਤੁਸੀਂ ਉਹਨਾਂ ਨੂੰ ਹਟਾ ਕੇ ਬਦਲ ਰਹੇ ਸੀ। ਤੇ ਫਿਰ ਇਹ ਸਾਰਾ ਕੁਝ ਸਮਝ। ਇੱਕ ਹੋਰ ਪਹਿਲੂ ਬੜਾ ਜਿਹੜਾ ਮੇਰੇ ਧਿਆਨ 'ਚ ਕਈ ਵਾਰ ਆਉਂਦਾ ਪ੍ਰਵੀਨ ਜੀ, ਆਪਾਂ ਲੋਕ ਰੱਬ ਨੂੰ ਮੰਨਣ ਵਾਲੇ ਲੋਕ ਆ। ਜੀ ਜੀ ਬਿਲਕੁਲ। ਆਪਾਂ ਉਹਨੂੰ ਪਰਮਾਤਮਾ ਦੇ ਰੂਪ 'ਚ ਮੰਨੀਏ, ਕੁਦਰਤ ਕਾਇਨਾਤ ਦੇ ਰੂਪ 'ਚ ਮੰਨੀਏ, ਹੈ ਨਾ। ਆਪਾਂ ਉਹਨੂੰ ਵਾਹਿਗੁਰੂ, ਅੱਲਾ, ਈਸ਼ਵਰ, ਹੈ ਨਾ, ਜਿਸ ਵੀ ਰੂਪ 'ਚ ਮੰਨੀਏ। ਜੇ ਆਪਣੇ ਕਿਸੇ ਜੀ ਦੇ ਘਰ ਦੇ ਕੋਈ ਸੱਟ ਫੇਟ ਲੱਗ ਜਾਵੇ, ਆਪਣੀ ਕੋਈ ਚੀਜ਼ ਦਾ ਹੀ ਮਤਲਬ ਜਿਹੜੀ ਸੰਜੀਵ ਵੀ ਨਹੀਂ ਹੈ, ਨਿਰਜੀਵ ਵਸਤੂ ਦਾ ਵੀ ਕੋਈ ਨੁਕਸਾਨ ਹੋ ਜਾਵੇ, ਤਾਂ ਵੀ ਆਪਾਂ ਕਹਿੰਦੇ ਕਿ ਯਾਰ ਆਪਾਂ ਕਿਸੇ ਦਾ ਮਾੜਾ ਤਾਂ ਨਹੀਂ ਕਰ ਬੈਠੇ। ਹਾਂਜੀ ਹਾਂਜੀ ਬਿਲਕੁਲ। ਕੀ ਸੁਖਬੀਰ ਸਿੰਘ ਬਾਦਲ ਦੇ ਮਨ 'ਚ ਕਦੇ ਨਹੀਂ ਆਉਂਦਾ ਹੋਊਗਾ ਇਹ ਕਿ ਮੇਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਲੱਤ ਨੂੰ ਝਟਕਾ ਲੱਗ ਗਿਆ ਜਾਂ ਫ੍ਰੈਕਚਰ ਹੋ ਗਿਆ, ਮੈਨੂੰ ਪਲਸਤਰ ਚਲਾਉਣਾ ਪਿਆ, ਹੈ ਨਾ। ਗੁਰੂ ਘਰ ਦੇ ਬਾਹਰ ਮੇਰੀ ਤੇ ਜਾਨਲੇਵਾ ਹਮਲਾ ਹੋ ਕੇ ਮੈਨੂੰ ਕਿੰਨਾ ਕੁ ਸੰਕੇਤ ਮਿਲੇ, ਹੈ। ਪਹਿਲਾਂ ਸੱਜੀ ਲੱਤ ਸੀ, ਫਿਰ ਸੱਜਾ ਮੋਢਾ, ਹੁਣ ਫਿਰ ਖੱਬੀ ਬਾਂਹ, ਹੈ ਨਾ। ਲਗਾਤਾਰ ਇਹ ਝਟਕੇ ਕੁਝ ਸੰਕੇਤ ਹੁੰਦੇ ਨੇ। ਬੰਦਾ ਹੋਰ ਨਿਰਮਲ ਹੋ ਜਾਂਦਾ ਹੈ, ਬੰਦਾ ਹੋਰ ਗੁਰੂ ਨਾਲ ਜੁੜ ਜਾਂਦਾ ਹੈ ਨਾ, ਮਨੁੱਖਤਾ ਨਾਲ ਜੁੜ ਜਾਂਦਾ ਹੈ। ਪਰ ਇਹ ਜਿਹੀ ਜੀ ਈਗੋ ਹੈ, ਕਿਉਂਕਿ ਇਹ ਈਗੋ ਚੋਂ ਨਿਕਲੇ ਸ਼ਬਦ ਨੇ। ਨਹੀਂ ਬੰਦਾ ਕਹੇ ਕਿ ਠੀਕ ਹੈ ਭਾਈ, ਉਹਨਾਂ ਨੂੰ ਜੋ ਲੱਗਦਾ ਉਹ ਕਰ ਰਹੇ ਨੇ, ਜੋ ਮੈਨੂੰ ਲੱਗਦਾ ਮੈਂ ਕਰ ਰਿਹਾ। ਮੈਂ ਪੰਜਾਬ ਦੀ ਸੇਵਾ ਕਰਨੀ ਹੈ, ਅਸੀਂ ਵਿਕਾਸ ਦੀ ਲੀਹ ਤੇ ਤੁਰੇ ਹਾਂ, ਅਸੀਂ ਫਿਰ ਵਿਕਾਸ ਕਰਾਂਗੇ, ਸਾਡਾ ਸਾਥ ਦਿਓ। ਜੇ ਤੁਹਾਨੂੰ ਲੱਗਦਾ ਉਹ ਸਹੀ ਨਹੀਂ ਉਹਨਾਂ ਸਾਥ ਦਿਓ। ਫਿਰ ਬੰਦਾ ਇਦਾਂ ਦੀਆਂ ਗੱਲਾਂ ਕਰਦਾ। ਤੇ ਹੁਣ ਇਸ ਲਈ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਹੁਣ ਆ ਕੰਪਨੀ ਵਾਲੀ ਰਾਜਨੀਤੀ ਛੱਡ ਕੇ ਭਗਤੀ ਵਾਲੀ ਕੰਮ ਅਪਣਾ ਲੈਣਾ ਚਾਹੀਦਾ, ਨਾਮ ਜਪਣਾ ਸ਼ੁਰੂ ਕਰ ਲੈਣ, ਜੇ ਹੋਰ ਨਹੀਂ ਕੁਛ ਹੁੰਦਾ। ਆਪਾਂ ਸੁਖਬੀਰ ਬਾਦਲ ਬਾਰੇ ਅੱਗੇ ਵੀ ਗੱਲ ਕੀਤੀ ਹੈ ਵੀ ਜੇ ਤਾਂ ਕੋਈ ਪਹਿਲਾਂ ਅਕਾਲੀ ਟਕਸਾਲੀ ਰੁੱਸ ਗਏ ਜਿਨ੍ਹਾਂ ਦੇ ਵਿੱਚ ਰਤਨ ਸਿੰਘ ਅਜਨਾਲਾ ਜਾਂ ਬ੍ਰਹਮਪੁਰਾ, ਉਹ ਕਹਿੰਦੇ ਜਾਂਦੇ ਤਾਂ ਜਾਣ ਦਿਓ। ਮੁੜ ਕੇ ਹੋਰ ਅਕਾਲੀ ਦਲ ਦੇ ਬੰਦੇ ਜੇ ਵਿੱਚੋਂ ਰੁੱਸ ਗਏ, ਜਗਮੀਤ ਬਰਾੜ ਜਾਂ ਹੋਰ, ਉਹ ਕਹਿੰਦੇ ਜਾਂਦੇ ਤਾਂ ਜਾਣ ਦਿਓ। ਚੰਦੂ ਮਾਜਰਾ, ਜਗੀਰ ਕੌਰ ਮਲੂਕਾ, ਇਹ ਰੁੱਸ ਗਏ, ਉਹ ਕਹਿੰਦੇ ਜਾਂਦੇ ਤਾਂ ਜਾਣ ਦਿਓ। ਇਸਤਰੀ ਅਕਾਲੀ ਦਲ ਰੁੱਸ ਗਿਆ, ਉਹ ਕਹਿੰਦੇ ਜਾਂਦੇ ਤਾਂ ਜਾਣ ਦਿਓ। ਇੱਕ ਸਾਬਕਾ ਡਿਪਟੀ ਸੀਐਮ, ਕੁਝ ਹੀ ਸਾਲਾਂ ਦੇ ਵਿੱਚ ਨਾ ਉਹ ਐਮਐਲਏ ਹੈ ਨਾ ਉਹ ਐਮਪੀ ਹੈ, ਪ੍ਰਧਾਨਗੀ ਨੂੰ ਉਹਦੀ ਨੂੰ ਚੈਲੰਜ ਹੋਇਆ ਪਿਆ। ਲੱਗਦਾ ਨਹੀਂ ਗਾ ਕਿ ਕਿਸੇ ਵੀ ਘਟਨਾ ਤੋਂ ਸੁਖਬੀਰ ਸਿੰਘ ਬਾਦਲ ਨੇ ਕਦੇ ਕੋਈ ਸਬਕ ਸਿੱਖਿਆ। ਪ੍ਰਵੀਨ ਜੀ, ਜਿਹੜੀ ਸੱਤਾ ਦੀ ਤੁਸੀਂ ਗੱਲ ਕਰਦੇ ਹੋ
ਉਹ ਸੱਤਾ 10 ਸਾਲ ਰਹੀ ਤੁਹਾਡੇ ਕੋਲ ਲਗਾਤਾਰ। ਸੋਚਿਆ ਕਦੇ ਸੁਖਬੀਰ ਸਿੰਘ ਬਾਦਲ ਨੇ ਤੇ ਉਹਨਾਂ ਦੇ ਨਾਲ ਦੇ ਨਾਰੇ ਮਾਰਨ ਵਾਲਿਆਂ ਨੇ, ਪ੍ਰਧਾਨ ਜੀ ਵਾਲਿਆਂ ਨੇ, ਕਿ 10 ਸਾਲਾਂ ਬਾਅਦ ਤੁਸੀਂ ਵਿਰੋਧੀ ਧਿਰ ਚ ਵੀ ਨਹੀਂ ਸੀ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਉਹ ਤੋਂ ਅਗਲੀ ਵਾਰ ਤੁਸੀਂ 3 MLA ਰਹਿ ਗਏ। ਤੇ ਅੱਜ ਜਦੋਂ ਪ੍ਰਧਾਨ ਜੀ ਕਹਿੰਦੇ ਨੇ ਕਿ ਜਾਂਦਾ ਜਿਹੜਾ ਜਾਵੇ, ਅੱਜ 3 MLA ਵੀ ਤੁਹਾਡੇ ਕੋਲ ਨਹੀਂ ਗਏ। ਤੁਹਾਡੇ ਕੋਲ ਨਹੀਂ ਹੈਗੇ, ਸਹੀ ਗੱਲ, ਬਿਲਕੁਲ। ਮਨਪ੍ਰੀਤ ਇਆਲੀ ਉਹ ਕਹਿੰਦੇ ਮੈਂ ਤਾਂ ਗੁਰੂ ਦੀ ਬਖਸ਼ੀ ਸੇਵਾ ਕਰ ਰਿਹਾ, ਮੈਂ ਇਸ ਬੰਦੇ ਨਾਲ ਨਹੀਂਗਾ, ਮੈਂ ਇਸ ਧੜੇ ਨਾਲ ਨਹੀਂਗਾ, ਤੇ ਇਸ ਧੜੇ 'ਚ ਮੈਂ ਜਾਣਾ ਵੀ ਨਹੀਂ ਕਹਿੰਦੇ, ਹੈ ਨਾ। ਡਾਕਟਰ ਸੁੱਖੀ ਤੁਹਾਡੇ ਬੈਂਚਾਂ ਤੇ ਬਹਿੰਦੇ ਨੇ ਉੱਧਰ, ਬੋਲੇ ਨਾਮ ਅਜੇ ਵੀ ਉਹਨਾਂ ਦਾ ਅਕਾਲੀ MLA 'ਚ ਬੋਲਿਆ ਜਾਂਦਾ, ਪਰ ਸੱਤਾ ਨਾਲ ਮਿਲ ਗਏ ਤੇ ਅਗਲੇ ਚੇਅਰਮੈਨ ਹੀ ਲੈ ਗਏ। ਕਿਉਂ ਛੱਡ ਕੇ ਗਏ ਤੁਹਾਨੂੰ? ਡਾਕਟਰ ਸੁੱਖੀ ਵਰਗਾ ਬੰਦਾ ਜੇ ਛੱਡ ਕੇ ਜਾਂਦਾ ਤਾਂ ਘੱਟੋ ਘੱਟ ਸੋਚਣਾ ਚਾਹੀਦਾ ਸੀ ਇਹਨਾਂ ਨੂੰ ਕਿਉਂ ਛੱਡ ਕੇ ਗਿਆ। ਜੀ ਜੀ, ਬਿਲਕੁਲ। ਉਹ ਤੋਂ ਬਾਅਦ ਵਿਕਰਮ ਮਜੀਠੀਆ ਨਾਲ ਵੀ ਅੱਜ ਕੱਲ ਕਿਹੋ ਜਿਹੇ ਰਿਸ਼ਤੇ ਨੇ, ਕਿਸੇ ਲੁਕੇ ਛੁਪੇ ਨਹੀਂ। ਤੇ ਫਿਰ ਕਿਵੇਂ ਮੰਨੋਗੇ ਕਿ ਉਹਨਾਂ ਦੀ ਧਰਮ ਪਤਨੀ ਵੀ ਤੁਹਾਡੇ ਖਾਤੇ 'ਚ MLA ਗਿਣ ਲਈਏ? ਸੋ 3 MLA ਵੀ ਤੁਹਾਡੇ ਨਾਲ ਨਹੀਂ। ਤੇ ਮੈਂ ਤਾਂ ਹੀ ਕਹਿ ਰਿਹਾ ਕਿ ਹੁਣ ਤਾਂ ਜਿਹੜੇ ਤੁਹਾਡੇ ਨਾਲ ਨੇ ਉਹ ਵੀ ਤੁਹਾਡੇ ਨਾਲ ਨਹੀਂ, ਉਹ ਵੀ ਨਾਰਾਜ਼ ਨੇ ਕਿ ਯਾਰ ਕਰੀਏ ਕੀ, ਆਪ ਹੁਦਰੀਆਂ ਕਰਦੇ ਆ। ਕਹਿੰਦੇ ਇਹ ਉਹਨਾਂ ਦੇ ਬੋਲ ਨੇ ਆਫ ਦਾ ਰਿਕਾਰਡ ਜੀ, ਕਿ ਅਸੀਂ ਤਾਂ ਬਹੁਤ ਸਮਝਾ ਲਏ ਜੀ। ਜਿਹੜੇ ਦੋ ਸੱਜੇ ਖੱਬੇ ਬੈਠਦੇ ਆ ਨਾ, ਉਹਨਾਂ ਚੋਂ ਵੀ ਸੱਜੇ ਪਾਸੇ ਵਾਲੇ ਬੰਦੇ ਦਾ ਰਾਹ ਹੋਰ ਹੈ, ਹੁਣ ਖੱਬੇ ਪਾਸੇ ਵਾਲੇ ਦਾ ਰਾਹ ਹੋਰ ਹੈ। ਸੁਖਬੀਰ ਸਿੰਘ ਬਾਦਲ ਮੰਥਨ ਤਾਂ ਕਰਨ ਕਿਸੇ ਦਿਨ ਬੈਠ ਕੇ, ਜੀ ਉਹ ਨਹੀਂ ਕਰਨਾ ਜੀ, ਬਿਲਕੁਲ। ਜੇ ਇਕਬਾਲ ਸਿੰਘ ਝੁੰਦਾ ਵਾਲੀ ਕਮੇਟੀ ਬਣਾ ਕੇ ਉਹਦੀ ਰਿਪੋਰਟ ਮੰਨ ਲਈ ਹੁੰਦੀ ਤਾਂ ਨਾ 2 ਦਸੰਬਰ ਵਾਲੇ ਫੈਸਲੇ ਆਉਂਦੇ ਤੇ ਨਾ ਤੁਹਾਡੀ ਆ ਸਥਿਤੀ ਹੁੰਦੀ। ਜੀ ਬਿਲਕੁਲ। ਤੇ ਮਸਲਾ ਅਗਲਾ ਵਿਚਾਰੀਏ ਸ਼ਰਮਾ ਜੀ, ਆਪਾਂ ਨੰਗਲ ਡੈਮ ਦੀ ਗੱਲ ਕਰੀਏ। ਨੰਗਲ ਡੈਮ ਤੇ ਕਹਿੰਦੇ ਕੇਂਦਰ ਦਾ ਹੋ ਗਿਆ ਹੁਣ ਕਬਜ਼ਾ, ਤੇ ਉੱਥੇ ਟੈਂਟ ਲਾਇਆ ਸੀ ਮਾਨ ਸਾਹਿਬ ਨੇ, ਉਹ ਕਹਿੰਦੇ ਟੈਂਟ ਫੋੜੀ ਚੁੱਕ ਕੇ ਆਪਦੇ ਤੁਰਦੇ ਬਣੇ ਨੇ। ਬਿਲਕੁਲ ਜੀ। ਅੱਜ ਤਾਂ 22 ਤਰੀਕ ਚੜ੍ਹ ਗਈ, 20 ਤਰੀਕ ਤੱਕ ਦਾ ਮਸਲਾ ਸੀ। 21 ਤਰੀਕ ਨੂੰ ਫਿਰ ਜਿੱਤ ਦੀ ਰੈਲੀ ਕਰਨੀ ਸੀ ਕਿ ਅਸੀਂ ਪਾਣੀ ਬਚਾਉਣ ਵਾਲੀ ਲੜਾਈ ਜਿੱਤ ਲਈ। ਤੇ ਫਿਰ ਮਾਨ ਸਾਹਿਬ ਨੇ ਫਿਰ ਗੱਡੀਆਂ ਨੰਗਲ ਨੂੰ ਤੋਰ ਲੀਆਂ। ਬਹੁਤ ਸ਼ੌਂਕ ਪੈ ਗਿਆ ਹੁਣ ਇਹਨਾਂ ਨੂੰ ਨੰਗਲ ਜਾਣ ਦਾ। ਤੇ ਇਹ ਸਾਰੀ ਪ੍ਰਕਿਰਿਆ 'ਚ ਉੱਥੇ ਫਿਰ ਸਟੇਜ ਲੱਗੀ ਸੀ, ਪਾਣੀਆਂ ਦੇ ਰਾਖੇ ਦਾ ਖਿਤਾਬ ਲੈਣਾ ਸੀ, ਹੈ ਨਾ। ਤੇ ਉੱਥੋਂ ਜੀ ਹਰਜੋਤ ਬੈਂਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਸ 'ਚ ਇੱਕ ਦੂਜਿਆਂ ਦੇ ਜਿੱਤ ਦੇ ਸਿਹਰੇ ਬੰਨੇ, ਆਪੇ ਬੰਨ ਲਏ ਇੱਕ ਦੂਏ ਦੇ। ਸੋ ਕਲੀਆਂ ਕੁਲੀਆਂ ਆਪੇ ਲਾ ਲੀਆਂ। ਤੇ ਚਲੋ ਜੀ ਟੈਂਟ ਪੱਟ ਲਓ, ਵਰਕਰਾਂ ਨੂੰ ਕਹੋ ਦਰੀਆਂ ਇਕੱਠੀਆਂ ਕਰ ਲੈਣ ਤੇ ਚਲੋ ਚਲੀਏ ਜੀ, ਆਪਾਂ ਲੜਾਈ ਜਿੱਤ ਲਈ। ਅਜੇ ਚੰਡੀਗੜ੍ਹ ਨਹੀਂ ਪਹੁੰਚੇ ਸੀ, ਦਿੱਲੀ ਤੋਂ ਹੁਕਮ ਆ ਗਿਆ ਕਿ ਡੈਮ ਨੂੰ ਕੇਂਦਰ ਸੁਰੱਖਿਆ ਦਸਤਿਆਂ ਦੇ ਹਵਾਲੇ ਕਰ ਦਿਓ। ਕੇਂਦਰੀ ਗ੍ਰਹਿ ਮੰਤਰਾਲੇ ਨੇ, ਗ੍ਰਹਿ ਮੰਤਰਾਲੇ ਦਾ ਮਤਲਬ ਅਮਿਤ ਸ਼ਾਹ ਨੇ, BBMB ਦੇ ਸੁਰੱਖਿਆ ਜਿਹੜੇ ਡਾਇਰੈਕਟਰ ਨੇ, ਹੈ ਨਾ, ਉਹਨਾਂ ਨੂੰ ਚਿੱਠੀ ਭੇਜਤੀ ਕਿ ਵੀ ਡੈਮ ਦੀ ਸੁਰੱਖਿਆ ਹੁਣ ਕੇਂਦਰੀ ਸੁਰੱਖਿਆ ਦਸਤੇ ਕਰਨਗੇ, ਕੇਂਦਰੀ ਸੁਰੱਖਿਆ ਬਲ ਦੇ ਹਵਾਲੇ ਹੋਊਗਾ। ਤੇ ਉਹਦੇ ਲਈ ਬਕਾਇਦਾ ਤੌਰ ਤੇ 296 ਨਵੀਆਂ ਅਸਾਮੀਆਂ ਵੀ ਪ੍ਰਵਾਨ ਕਰ ਲੀਆਂ, ਕੇਂਦਰੀ ਉਦਯੋਗਿਕ ਸਿਕਿਉਰਿਟੀ ਫੋਰਸਿਸ। ਠੀਕ ਆ, ਇਹ ਪ੍ਰਵਾਨ ਕਰਤੀਆਂ। ਤੇ ਇਹ ਪ੍ਰਵਾਨਗੀ ਦੇ ਨਾਲ ਹੀ ਤੈਅ ਹੋ ਗਿਆ ਕਿ ਇਹਨਾਂ ਦੀ ਤੈਨਾਤੀ ਦੇ ਉੱਤੇ ਸਾਲ 2025-26 ਲਈ 8.5 ਕਰੋੜ 8 ਕਰੋੜ 58 ਲੱਖ ਦਾ ਬਜਟ ਬਣਦਾ। ਠੀਕ ਹੈ ਜੀ। ਹੁਣ ਇਹ 296 ਦੇ ਨਾਲ ਇਹ ਬਜਟ ਵਾਲਾ ਲਿਫਾਫਾ ਨਹੀਂ ਅਗਲੇ ਨੇ ਫੜਾ ਦੇਣਾ ਕਿ 8 ਕਰੋੜ 58 ਲੱਖ ਆ ਫੜੋ। ਉਹ ਚੋਂ 60% ਪੰਜਾਬ ਨੂੰ ਦੇਣਾ ਪੈਣਾ। ਹਾਂਜੀ ਬਿਲਕੁਲ, ਕਿਉਂਕਿ ਉਹ BBMB ਨੂੰ ਹਦਾਇਤ ਹੋਈ ਹੈ ਕਿ ਇਹਨਾਂ ਦੇ ਤਨਖਾਹਾਂ ਦਾ, ਭੱਤਿਆਂ ਦਾ, ਰਹਿਣ ਦਾ, ਸਹਿਣ ਦਾ, ਖਾਣ ਦਾ, ਪੀਣ ਦਾ, ਆਉਣ ਦਾ, ਜਾਣ ਦਾ ਸਾਰਾ ਭਾਰ BBMB ਤੇ BBMB ਦਾ ਭਾਰ 60% ਪੰਜਾਬ ਦੇ ਸਿਰ। ਸਹੀ ਹੈ। BBMB ਵੀ ਹੁਣ ਕੇਂਦਰ ਦਾ ਹੈ ਨਾ, ਤੇ ਡੈਮ ਵੀ ਕੇਂਦਰ ਦਾ, ਕੰਟਰੋਲ ਵੀ ਕੇਂਦਰ ਦਾ। ਕਹਿਣ ਨੂੰ ਸਾਡਾ ਸਾਰਾ ਕੁਝ, ਕਹਿਣ ਨੂੰ BBMB ਵੀ ਸਾਡੀ ਹੈ, ਡੈਮ ਵੀ ਸਾਡੇ ਨੇ, ਸੁਰੱਖਿਆ ਵੀ ਅਸੀਂ ਕਰ ਰਹੇ। ਜਿੱਦਣ ਪੁਲਿਸ ਲਾਈ ਸੀ ਤੁਸੀਂ ਤੇ ਉਦਣ BBMB ਅਦਾਲਤ 'ਚ ਇਹ ਕਹਿ ਰਹੀ ਸੀ ਕਿ ਜੀ ਇਹ ਦੇਖੋ ਜੀ ਸਾਡੇ ਕੰਮ 'ਚ ਦਖਲ ਦਿੰਦੇ ਨੇ। ਤੁਸੀਂ ਕਹਿੰਦੇ ਨਹੀਂ ਜੀ ਦਖਲ ਨਹੀਂ ਦਿੰਦੇ, ਅਸੀਂ ਤਾਂ ਸੁਰੱਖਿਆ ਲਈ ਲਾਈ ਆ। ਉਦਣ ਕਹਿੰਦੇ ਕਿ BBMB ਸਾਡੇ ਕੰਮ 'ਚ ਦਖਲ ਦੇ ਰਹੀ ਆ, ਅਸੀਂ BBMB ਦੇ ਉੱਪਰ ਲਾਈ ਆ ਪੁਲਿਸ। ਸਹੀ ਹੈ, ਬਿਲਕੁਲ। ਸ਼ਾਇਦ ਤੁਸੀਂ ਦੁਰਸਤ ਹੁੰਦੇ, ਅੱਜ ਕਹਿਣ ਜੋਗੇ ਹੁੰਦੇ ਅਦਾਲਤ 'ਚ ਕਿ ਦੇਖੋ ਜੀ ਸਾਡੇ ਹੱਕ ਖੋਹ ਕੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਤੇ ਤੁਸੀਂ ਤਾਂ ਕਹਿੰਦੇ ਸੁਰੱਖਿਆ ਲਈ ਲਾਈ, ਅਗਲੇ ਕਹਿੰਦੇ ਕੋਈ ਨਾ, ਫਿਰ ਤੁਸੀਂ ਕਾਹਨੂੰ ਫਿਕਰ ਕਰਨਾ, ਸੁਰੱਖਿਆ ਅਸੀਂ ਦੇ ਦਿੰਦੇ ਹਾਂ। ਉਹ ਵੀ ਤਾਂ ਪੰਜਾਬ ਅਗਲਿਆਂ ਦੇ ਕੰਟਰੋਲ ਚਲਾ ਗਿਆ 50 ਕਿਲੋਮੀਟਰ ਦੇ ਹਿਸਾਬ ਨਾਲ। ਤੁਸੀਂ ਜਦ ਨਹੀਂ ਚੀਕੇ ਜਦੋਂ ਉਹਨਾਂ ਨੇ ਕਿਹਾ ਕਿ ਬਾਰਡਰ ਤੋਂ 50 ਕਿਲੋਮੀਟਰ ਦਾ ਕੰਟਰੋਲ ਹੁਣ ਕੇਂਦਰ ਦੇ ਹਵਾਲੇ। ਅੱਧੇ ਪੰਜਾਬ 'ਚ ਸਿੱਧੀ BJP ਦੀ ਸਰਕਾਰ ਹੈ, 50 ਕਿਲੋਮੀਟਰ ਦੇ ਹਿਸਾਬ ਨਾਲ ਅੱਧਾ ਪੰਜਾਬ ਆਉਂਦਾ। ਸਹੀ ਗੱਲ, ਬਿਲਕੁਲ ਜੀ। ਤੇ ਹੁਣ ਡੈਮ ਤੱਕ ਆ ਗਈ, ਅਗਲਿਆਂ ਦੀ ਨੰਗਲ ਤੱਕ ਆ ਗਈ। ਹੁਣ ਤਾਂ ਰਹੀ 100 ਕਿਲੋਮੀਟਰ ਗਈ ਚੰਡੀਗੜ੍ਹ ਤੋਂ ਦੂਰ। ਜੀ ਜੀ, ਨੰਗਲ ਇੰਨਾ ਗਿਆ ਜਨਾਬ।
ਸੋ ਇਸ ਲਈ ਇਹ ਹਿਸਾਬ ਲਾਉਣ ਕਿ ਹਾਂ ਇਹ ਸਥਿਤੀ ਕਿਉਂ ਬਣੀ ਹੈ। ਹਾਂ, ਜੇ ਉਹਨਾਂ ਨੇ ਸਿੱਧਾ ਕੰਟਰੋਲ ਕਰ ਲਿਆ ਜੀ ਤੇ ਫਿਰ ਟੈਂਟ ਕਿਉਂ ਪੁੱਟਿਆ ਜਨਾਬ? ਹਾਂਜੀ ਹਾਂਜੀ ਹੁਣ ਲਾਓ ਨਾ ਧਰਨਾ, ਅੱਜ ਟੈਂਟ ਦੁਬਾਰਾ ਕੱਢੋ, ਅੱਜ ਜਾਓ ਨਾ ਨੰਗਲ ਨੂੰ ਦੁਬਾਰਾ, ਸਹੀ ਹੈ। ਹੁਣ ਲਾਓ ਧਰਨਾ ਉੱਥੇ, ਜਾਂ ਜਾਓ ਦਿੱਲੀ ਅਮਿਤ ਸ਼ਾਹ ਦੇ ਘਰ ਮੂਹਰੇ। ਏਦਾਂ ਪਾਣੀਆਂ ਦੇ ਰਾਖੇ ਨਹੀਂ ਬਣ ਹੁੰਦਾ। ਹਰਿਆਣਾ, ਰਾਜਸਥਾਨ, ਦਿੱਲੀ, ਤੇ ਮਤਲਬ BBMB ਸਾਰੇ ਮਿਲ ਕੇ ਇੱਕ ਸੁਰ ਹੋ ਕੇ ਜਿਵੇਂ ਪੰਜਾਬ ਦੇ ਹੱਕਾਂ ਨੂੰ ਖੋਹ ਰਹੇ ਨੇ, ਤੇ ਤੁਸੀਂ ਸਿਰਫ ਭੱਜ ਨੱਠ ਦਾ ਡਰਾਮਾ ਕਰ ਰਹੇ ਹੋ, ਲੜਾਈ ਨਹੀਂ ਲੜ ਰਹੇ, ਨਾ ਅਦਾਲਤੀ ਨਾ ਰਾਜਨੀਤਿਕ, ਤੇ ਫਿਰ ਉਹਦੇ ਏਦਾਂ ਹੀ ਹੋਊਗਾ। ਅੱਜ ਇੱਥੇ ਲੱਗੀ ਆ, ਕੱਲ ਨੂੰ ਫੋਰਸ ਤੁਹਾਡੇ ਘਰ ਤੱਕ ਵੀ ਲੱਗ ਜਾਣੀ ਹੈ ਕਿਸੇ ਦਾ। ਜੀ ਬਿਲਕੁਲ ਬਿਲਕੁਲ, ਇਹ ਤੁਸੀਂ ਜਮਾਂ ਸਹੀ ਗੱਲ ਕਹੀ ਆ ਵੀ ਲੜਾਈ ਲੜਦੇ ਨਜ਼ਰ ਨਹੀਂ ਆਉਂਦੇ, ਨਾ ਰਾਜਨੀਤਿਕ ਤੇ ਨਾ ਅਦਾਲਤੀ। ਨਾਟਕ ਜ਼ਰੂਰ ਕਰ ਰਹੇ ਨੇ, ਉਹ ਚੀਜ਼ਾਂ ਸਾਰੀਆਂ ਨਜ਼ਰ ਆ ਰਹੀਆਂ ਨੇ। ਤੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ ਤੀਜੀ ਵਾਰ ਕਹਿੰਦੇ ਜਿਹੜਾ NSA ਲੱਗਿਆ ਜੀ, ਉਹਦੇ ਖਿਲਾਫ ਹੁਣ ਪਰਿਵਾਰ ਨੇ ਹਾਈ ਕੋਰਟ ਦਾ ਰੁਖ ਕੀਤਾ ਜੀ। ਬਿਲਕੁਲ ਜੀ, ਤੀਸਰੀ ਵਾਰ ਉਹਨਾਂ ਤੇ ਜਦੋਂ NSA ਵਧਾਇਆ ਗਿਆ ਤੇ ਉਸ ਸਮੇਂ ਹੀ ਆਪਾਂ ਚਰਚਾ ਕਰ ਰਹੇ ਸੀਗੇ ਕਿ ਪਰਿਵਾਰ ਉਵੇਂ ਕਿਉਂ ਰਿਐਕਟ ਕਰ ਰਿਹਾ। ਅਫਸੋਸ ਦਾ ਵਕੀਲਾਂ ਨਾਲ ਸਲਾਹ ਮਸ਼ਵਰਾ ਹੁੰਦਾ, ਸਾਰਾ ਕੁਝ ਹੁੰਦਾ। ਹਾਂਜੀ ਹਾਂਜੀ। ਸੋ ਉਹਨਾਂ ਦੇ ਨਾਲ ਦੇ ਸਾਥੀਆਂ ਤੋਂ NSA ਹਟਾਉਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਤੇ ਉਹਨਾਂ ਦੇ ਸਥਾਨਕ ਕੇਸਾਂ ਤੇ ਕਾਰਵਾਈ ਸ਼ੁਰੂ ਹੋ ਗਈ ਤੇ ਮਤਲਬ ਜ਼ਮਾਨਤਾਂ ਦਾ ਰਾਹ ਖੁੱਲ ਜਾਣਾ। ਸੋ ਇਸ ਪ੍ਰਕਿਰਿਆ 'ਚ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ? ਸੋ ਇਸ ਲਈ ਪਰਿਵਾਰ ਨੇ ਹੁਣ ਤੈਅ ਕੀਤਾ ਕਿ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ। ਇਹ ਸਾਰੇ ਪਹਿਲੂ ਉਹਨਾਂ ਦੇ ਮੂਹਰੇ ਰੱਖਾਂਗੇ ਕਿ ਬਦਲਾਖੋਰੀ ਲਈ ਹੈ, ਕਿ ਉਹ ਤਾਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਸੀ, ਲੋਕ ਨੁਮਾਇੰਦਾ ਹੈ ਨਾ, ਲੋਕਾਂ ਦਾ ਮੈਂਬਰ ਪਾਰਲੀਮੈਂਟ ਹੈ, ਇਸ ਨਾਤੇ ਕਿ ਉਹਦੀ ਲੋਕਪ੍ਰਿਅਤਾ ਵੱਧ ਰਹੀ ਹੈ, ਕਹਿੰਦੇ ਹੈ ਨਾ, ਉਹ ਮਕਬੂਲ ਹੋ ਰਿਹਾ ਸੀ। ਤੇ ਜਿਹੜੇ ਕਹਿੰਦੇ ਨੇ ਜੀ ਕਿ ਉਹਦੇ ਨਾਲ ਖਤਰਾ, ਜੇ ਖਤਰਾ ਹੁੰਦਾ ਫਿਰ ਸਭ ਤੋਂ ਵੱਧ ਵੋਟਾਂ ਥੋੜਾ ਪੈਂਦੀਆਂ ਉਹਨੂੰ। ਇਹ ਸਾਰੀਆਂ ਦਲੀਲਾਂ ਤੱਥਾਂ ਦੇ ਨਾਲ ਉਹ ਕਹਿੰਦੇ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਤਾਂ ਕਿ ਅੰਮ੍ਰਿਤਪਾਲ ਸਿੰਘ ਉੱਤੇ ਤੀਜੀ ਵਾਰ ਜਿਹੜਾ NSA ਲਾਇਆ ਗਿਆ ਉਹ ਹਟ ਸਕੇ ਤੇ ਉਸ ਨੂੰ ਵੀ ਪੰਜਾਬ ਲਿਆਂਦਾ ਜਾ ਸਕੇ। ਤੇ ਕੁਝ ਰਾਜਨੀਤਿਕ ਧਿਰਾਂ ਜਿਹੜੀਆਂ ਹਰ ਗੱਲ ਨੂੰ ਛਾਲਣੀ ਲਾ ਕੇ ਦੇਖਦੀਆਂ, ਉਹ ਕਹਿੰਦੀਆਂ ਕੋਈ ਗੱਲ ਨਹੀਂ, ਹਜੇ ਰੌਲਾ ਪਊਗਾ, 1 ਸਾਲ ਹੈਗਾ, ਅਗਲੀਆਂ ਚੋਣਾਂ ਤੋਂ ਪਹਿਲਾਂ ਹੋ ਸਕਦਾ ਪੰਜਾਬ ਲਿਆਉਣ, ਹੈ ਨਾ, ਕਿ ਜਿਹੜੇ ਲੈ ਕੇ ਗਏ ਨੇ ਉਹ ਲੈ ਵੀ ਆਉਣਗੇ ਜਦੋਂ ਉਹਨਾਂ ਦਾ ਦਿਲ ਕਰੂਗਾ, ਜਦੋਂ ਉਹਨਾਂ ਨੂੰ ਲੋੜ ਲੱਗੂਗੀ, ਹੈ ਨਾ। ਸੋ ਇਸ ਲਈ ਉਹ ਇਸ ਤਰ੍ਹਾਂ ਨਾਤੇ ਵੀ ਦੇਖ ਰਹੀਆਂ ਨੇ। ਪਰ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਹੁਣ ਇਸ NSA ਲਾਉਣ ਦਾ, ਹਾਈ ਕੋਰਟ ਜਾਣ ਦਾ ਲਗਭਗ ਤੈਅ ਨਜ਼ਰ ਆ ਰਿਹਾ ਜੀ, ਔਰ ਪਰਿਵਾਰ ਨੇ ਉਹਦੀ ਤਿਆਰੀ ਕਰ ਲਈ ਹੈ ਕਾਨੂੰਨੀ ਤੌਰ ਤੇ। ਨਹੀਂ ਦੇਖੋ, ਅਰਥ ਤਾਂ ਘਟਨਾਵਾਂ ਦੇ, ਰਾਜਨੀਤਿਕ ਘਟਨਾਵਾਂ ਦੇ ਕੱਢੇ ਹੀ ਜਾਂਦੇ ਨੇ, ਥਿਊਰੀਆਂ ਤਾਂ ਉਹਨਾਂ ਪਿੱਛੇ ਦਿੱਤੀਆਂ ਜਾਂਦੀਆਂ ਨੇ, ਪਰ ਫਿਰ ਵੀ ਜੇਕਰ ਸ਼ਰਮਾ ਜੀ ਆਪਾਂ ਜਿਵੇਂ ਚਰਚਾ ਕਰ ਰਹੇ ਸੀ ਪਹਿਲਾਂ ਵੀ, ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ ਤਾਂ ਕੋਈ ਲੀਗਲ ਕਾਨੂੰਨੀ ਰਸਤਾ ਤਾਂ ਤੁਸੀਂ ਇਖਤਿਆਰ ਕਰੋ ਨਾ, ਉਹ ਤਾਂ ਲੜਾਈ ਲੜਦੇ ਤਾਂ ਨਜ਼ਰ ਤੁਹਾਨੂੰ ਆਉਣਾ ਚਾਹੀਦਾ ਜੀ। ਤੇ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ DSA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ